ਜ਼ਿਕਰ ਕੀਤਾ ਮਨੁੱਖੀ ਜ਼ਿੰਦਗੀ ਦੇ ਸੁਭਾਅ ਬਾਰੇ। ਆਪੋ ਆਪਣੇ ਸੁਭਾਅ ਦਾ ਸਭ ਨੂੰ ਪਤਾ। ਇਹਦੇ ਵਿੱਚ ਆਪਾਂ ਸੋਚਾਂਗੇ ਵੀ ਸਾਡੇ ਸੁਭਾਅ ਬਾਰੇ ਭਗਤ ਜੀ ਕਿਵੇਂ ਬਿਆਨ ਕਰਦੇ ਆ, ਕੀ ਬਿਆਨ ਕਰਨਗੇ, ਤੇ ਜੋ ਬਿਆਨ ਕਰਨਗੇ ਉਹਦਾ ਸਾਨੂੰ ਲਾਭ ਹੈ ਜਾਂ ਨਹੀਂ ਹੈ। ਇੱਕ ਤਾਂ ਇੱਥੇ ਗੱਲ ਨੋਟ ਕਰਨੀ ਵੀ ਭਗਤ ਜੀ ਜੋ ਬਿਆਨ ਕਰਦੇ ਨੇ, ਜੋ ਸਾਨੂੰ ਸਮਝਾਉਂਦੇ ਨੇ, ਜੋ ਸਮਝਾਉਣਗੇ, ਇਹ ਨਹੀਂ ਕਹਿ ਸਕਦੇ ਵੀ ਸਾਡੀ ਜ਼ਿੰਦਗੀ 'ਚ ਕੋਈ ਲਾਭ ਨਹੀਂ। ਵਾਹਿਗੁਰੂ ਦੀ ਬਖਸ਼ਿਸ਼ ਆ, ਲਾਭ ਹੀ ਲਾਭ ਆ, ਘਾਟਾ ਹੈ ਹੀ ਕੋਈ ਨਹੀਂ। ਨੰਬਰ 2 ਤੇ ਜੋ ਸਾਡਾ ਸੁਭਾਅ ਆ ਬਿਲਕੁਲ ਉਹਦੇ ਅਨੁਸਾਰ ਭਗਤ ਜੀ ਗੱਲ ਕਰਦੇ ਨੇ। ਬੜੇ ਪਿਆਰ ਦੇ ਵਿੱਚ ਉਹਨਾਂ ਨੇ ਆਪਣੀ ਸੁਚੱਜੇ ਢੰਗ ਦੇ ਨਾਲ ਇਸ ਪਾਵਨ ਬਾਣੀ ਨੂੰ ਸਾਡੇ ਤੱਕ ਪਹੁੰਚਾਇਆ ਹੈਗਾ। ਤੇ ਇਹ ਜਿਹੜਾ ਸੁਭਾਅ ਅੱਜ ਦਾ ਸਾਡੀ ਆਦਤ, ਸਾਡੀ ਕਰਤੂਤ, ਲੱਛਣ ਨੇ, ਉਹਦੇ ਮੁਤਾਬਕ ਭਗਤ ਜੀ ਸਾਨੂੰ ਸਮਝਾਉਂਦੇ ਨੇ। ਕੇਵਲ ਸਾਨੂੰ ਨਹੀਂ, ਜੋ ਸਾਡੇ ਸਮਾਜ ਨੂੰ ਸੇਧ ਦੇਣ ਵਾਲੇ ਲੋਕ ਹਨ, ਜਿਨ੍ਹਾਂ ਨੂੰ ਆਪਾਂ ਆਪਣੀ ਭਾਸ਼ਾ ਦੇ ਅਨੁਸਾਰ ਬਾਬੇ, ਦੇਵਤੇ, ਸਾਧੂ, ਮਹੰਤ, ਸੰਤ ਆਦਿਕ ਕਹਿੰਦੇ ਹਾਂ, ਜਿਨ੍ਹਾਂ ਨੇ ਜਾਣੀ ਕਿ ਕਹਿਣ ਤੋਂ ਮੁਰਾਦ ਵੀ ਸਹੀ ਸੇਧ ਦੇਣ ਦੀ ਬਜਾਏ ਨਾ ਸਾਨੂੰ ਲੁੱਟਿਆਗਾ। ਉਹਨਾਂ ਵੱਲ ਖਾਸ ਤੌਰ ਤੇ ਭਗਤ ਸਾਹਿਬਾਨ ਜੀ ਨੇ ਆਪਣੇ ਵੱਲੋਂ ਨਾ ਤਿੱਖੇ ਵਚਨ ਉਚਾਰਨ ਕੀਤੇ ਨੇ। ਤਿੱਖੇ ਤੋਂ ਭਾਵ ਜਿਹੜੇ ਹਿਰਦੇ ਨੂੰ ਬਿੰਨ ਕੇ ਰੱਖਦਾ, ਚੀਰ ਕੇ ਰੱਖ ਦੇਣ, ਉਹ ਕੌੜੇ ਵਚਨ ਨਹੀਂ ਹੁੰਦੇ, ਤਿੱਖੇ। ਕੌੜੇ ਉਹ ਵਚਨ ਹੁੰਦੇ ਆ ਜੋ ਸੁਣਨ ਯੋਗ ਨਾ ਹੋਣ। ਇਹ ਵਚਨ ਗੁਰੂ ਪਾਤਸ਼ਾਹ ਜੀ ਦੇ ਬੜੇ ਪਿਆਰੇ ਨੇ, ਬੜੇ ਸਾਡੇ ਜੀਵਨ ਦੇ ਵਿੱਚ ਕੰਮ ਆਉਣ ਵਾਲੇ ਨੇ, ਪਰ ਥੋੜੇ ਜਿਹੇ ਹੈ ਤਿੱਖੇ ਨੇ। ਜਿਵੇਂ ਡਾਕਟਰ ਦੀ ਸੂਈ ਆ ਨਾ, ਉਹਦੇ ਪਿੱਛੇ ਤਾਂ ਭਲੇ ਹੁੰਦੀ ਤਿੱਖੀ ਆ, ਚੁੱਭ ਜਾਂਦੀ ਆ, ਪਰ ਪਿੱਛੇ ਭਾਵਨਾ ਜਿਹੜੀ ਉਹ ਭਲੇ ਦੀ ਆ, ਬੈਰ ਕੋਈ ਨਹੀਂ। ਡਾਕਟਰ ਦੀ ਕੈਂਚੀ ਆ ਨਾ, ਸਰਜਰੀ ਬਲੇਡ ਆਗਾ, ਸਾਡੇ ਸਰੀਰ ਦੀ ਚੀਰ ਫਾੜ ਕਰਦੀ ਆ, ਪਰ ਜੇ ਆਪਾਂ ਗੁੱਸਾ ਕਰੀਏ ਵੀ ਇਹ ਚੀਰ ਫਾੜ ਕਰ ਰਹੇ ਨੇ, ਇਹਦਾ ਕੀ ਫਾਇਦਾ। ਪਰ ਡਾਕਟਰ ਦੀ ਭਾਵਨਾ ਤਾਂ ਬੜੀ ਸ਼ੁੱਧ ਆ ਨਾ, ਭਾਵੇਂ ਉਹ ਸਾਡੇ ਤਨ ਤੇ ਕੈਂਚੀ ਚਲਾ ਰਿਹਾ ਹੈਗਾ, ਬਲੇਡ ਚਲਾ ਰਿਹਾ ਹੈਗਾ, ਪਰ ਉਹਦੀ ਜਿਹੜੀ ਭਾਵਨਾ ਹੈਗੀ ਉਹ ਬੜੀ ਵਧੀਆ। ਇਵੇਂ ਜਿਵੇਂ ਭਗਤਾਂ, ਗੁਰੂਆਂ, ਪੀਰਾਂ ਦੀ ਜੋ ਪਾਵਨ ਬਾਣੀ ਆ ਨਾ, ਇਹ ਬਾਣੀ ਬਲੇਡ ਵਰਗੀ ਆ, ਤਿੱਖੀ ਆ। ਤੇ ਜਿਨ੍ਹਾਂ ਨੇ ਇਸ ਪਾਵਨ ਬਾਣੀ ਦੀ ਚੋਟ ਨੂੰ ਸਹਾਰ ਲਿਆ, ਜ਼ਿੰਦਗੀ ਬਦਲ ਜਾਂਦੀ ਆ। ਕਬੀਰ ਸਾਹਿਬ ਦਾ ਬਚਨ ਹੀ ਆ, ਕਬੀਰ ਚੋਟ ਸੁਹੇਲੀ ਸੇਲ ਕੀ, ਲਾਗਤ ਲੈ ਉਸਾਸ ਚੋਟ ਸਹਾਰੇ ਸ਼ਬਦ ਕੀ, ਤਾਸ ਗੁਰੂ ਅਰਦਾਸ। ਅੱਜ ਦਾ ਪਾਵਨ ਸ਼ਬਦ ਆ ਜਿਹੜਾ ਰਹਾਉ ਦੇ ਬੰਦ ਵਿੱਚ ਜ਼ਿਕਰ ਕੀਤਾ, ਕਿਉਂ ਛੁੱਟੂ ਕੈਸੇ ਤਰੂੰ। ਫਿਰ ਕਹਿੰਦੇ ਨੇ ਭਵ ਜਲ ਨਿਧ ਭਾਰੀ, ਰਾਖ ਰਾਖ ਮੇਰੇ ਬਿਠਲਾ, ਜਨ ਸ਼ਰਨ ਤੁਮਾਰੀ। ਰਹਾਉ ਰੱਬੀ ਪਿਆਰਾ ਜਿਹਦੇ ਮਨ ਦੇ ਵਿੱਚ ਕੁਝ ਨਾ ਕੁਝ ਸਕੂਨ ਪ੍ਰਾਪਤ ਕਰਨ ਦੀ ਲਾਲਸਾ ਨਾ, ਜਿਹਦੇ ਅੰਦਰ ਪਿਆਰ ਆ, ਉਹ ਗੁਰੂ ਕੋਲੇ ਆ ਵੜਿਆ, ਮਾਲਕ ਦੇ ਚਰਨਾਂ ਵਿੱਚ, ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਆ ਵੜਿਆ। ਆ ਕੇ ਕਹਿੰਦਾ ਕੀ ਆ, ਹੇ ਵਾਹਿਗੁਰੂ ਜੀ, ਹੇ ਪ੍ਰਭੂ ਪਰਮਾਤਮਾ, ਮੈਂ ਸੰਸਾਰ ਬਾਰੇ ਆਪਣੇ ਵੱਲੋਂ ਪੂਰਾ ਨਹੀਂ ਬਿਆਨ ਕਰ ਸਕਦਾ, ਪਰ ਜਿੰਨਾ ਕੁ ਮੈਂ ਵੇਖ ਲਿਆ, ਉਹਨੂੰ ਵੇਖਣ ਤੋਂ ਬਾਅਦ ਮੇਰੇ ਮਨ ਵਿੱਚ ਨਾ ਇੱਕ ਸਹਿਮ ਪੈਦਾ ਹੋ ਗਿਆ, ਡਰ ਪੈਦਾ ਹੋ ਗਿਆ। ਅੱਗ ਲੱਗੀ ਹੋਈ ਆ, ਆਪਣੀ ਮੰਜ਼ਿਲ ਤੇ ਪਹੁੰਚਣਾ ਲਾਜ਼ਮੀ ਆ, ਪਰ ਮੈਂ ਇਸ ਅਗਨੀ ਰਾਹੀਂ ਕਿਵੇਂ ਆਪਣੀ ਮੰਜ਼ਿਲ ਤੇ ਪਹੁੰਚਾਂ, ਕਿਵੇਂ ਜਾਵਾਂ। ਨਾ ਹੀ ਮੈਂ ਅੱਗ ਬੁਝਾ ਸਕਦਾ, ਇਹ ਵੀ ਗੱਲ ਨਾ ਮੈਂ ਅੱਗ ਬੁਝਾ ਸਕਦਾਗਾ, ਪਰ ਅੱਗ ਲੱਗੀ ਆ ਤੇ ਮੈਂ ਆਪਣੇ ਟਿਕਾਣੇ ਤੇ ਪਹੁੰਚਣਾਗਾ।
ਮੈਂ ਕਿਵੇਂ ਅੱਗ ਤੋਂ ਬਚਾਂ। ਸਵਾਲ ਆਗਾ ਆਪਾਂ ਵੀ ਇਸ ਨੂੰ ਆਪਣੇ ਜੀਵਨ ਵਿੱਚ ਥੋੜਾ ਜਿਹਾ ਮੋੜ ਕੇ ਵੇਖੋ, ਉਲਟਾ ਕੇ ਵੇਖੋ। ਇਹ ਵਾਹਿਗੁਰੂ, ਇਹ ਪ੍ਰਭੂ ਪਰਮਾਤਮਾ ਸੱਚ ਆ। ਸਾਡੇ ਸੰਸਾਰ ਦੇ ਵਿੱਚ, ਇਸ ਦੁਨੀਆ ਦੇ ਵਿੱਚ ਵਿਕਾਰਾਂ ਦੀ ਅੱਗ ਲੱਗੀ ਹੋਈ ਆ, ਤੇ ਭਗਤ ਸਾਹਿਬਾਨ ਨੇ ਵੀ ਵਿਕਾਰਾਂ ਦੀ ਅੱਗ ਦੀ ਗੱਲ ਕੀਤੀ ਹੈ। ਪਰ ਆਪਾਂ ਦੁਨਿਆਵੀ ਤਲ ਤੇ ਵੇਖ ਲਿਆ ਵੀ ਜਿਸ ਰਸਤੇ ਜਾਂਦੇ ਆ ਨਾ, ਉਸ ਰਸਤੇ ਅੱਗ ਲੱਗੀ ਹੋਈ ਆ। ਕਿਵੇਂ ਲੰਘਾਂ, ਕਿਵੇਂ ਬਚਾਂ। ਲੰਘਣਾ ਵੀ ਜ਼ਰੂਰੀ ਆ ਤੇ ਅੱਗ ਵਿੱਚੋਂ ਬਚਣਾ ਵੀ ਜ਼ਰੂਰੀ ਆ। ਹੁਣ ਆ ਸਾਡੇ ਸੰਸਾਰ ਵਿੱਚ ਅੱਗ ਲੱਗੀ ਆ ਵਿਕਾਰਾਂ ਦੀ, ਨਸ਼ਿਆਂ ਦੀ, ਧੋਖਾ, ਠੱਗੀਆਂ, ਬੇਈਮਾਨੀਆਂ, ਇਹ ਸਭ ਕਾਸੇ ਦੀ ਅੱਗ ਲੱਗੀ ਹੋਈ ਆ। ਹੁਣ ਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਬਚੀਏ ਕਿਵੇਂ। ਫਿਰ ਕਹਿੰਦੇ ਕੀ ਨੇ, ਕਿਉਂ ਛੂਟੂੰ, ਕਿਵੇਂ ਮੈਂ ਆਪਣੇ ਆਪ ਨੂੰ ਛੁਟਵਾ ਸਕਦਾ ਹਾਂ, ਇਹਨਾਂ ਵਿਕਾਰਾਂ ਤੋਂ ਬਚ ਸਕਦਾ ਹਾਂ। ਕਿਵੇਂ, ਕੈਸੇ ਤਰੂੰ। ਤੇ ਜਿਹੜਾ ਇਹ ਸੰਸਾਰ ਸਮੁੰਦਰ ਆ ਨਾ, ਤੇ ਇਸ ਸਮੁੰਦਰ ਦੇ ਵਿੱਚੋਂ ਵਾਹਿਗੁਰੂ ਜੀ ਮੈਂ ਕਿਵੇਂ ਤਰਾਂ, ਮੈਂ ਲੰਘਾਂ ਕਿਵੇਂ, ਅੱਗ ਤੋਂ ਕਿਵੇਂ ਬਚਾਂ, ਸੰਸਾਰ ਸਮੁੰਦਰ ਦੇ ਵਿੱਚ ਡੁੱਬਣ ਤੋਂ ਕਿਵੇਂ ਬਚਾਂ। ਕੈਸੇ ਤਰੂੰ, ਦੋ ਗੱਲਾਂ ਹੋ ਗਈਆਂ, ਡੁੱਬਣ ਤੋਂ ਕਿਵੇਂ ਬਚਾਂ, ਅੱਗ ਮੱਚਣ ਦੇ ਵਿੱਚੋਂ ਕਿਵੇਂ ਬਚਾਂ। ਫਿਰ ਅੱਗੇ ਕਹਿੰਦੇ ਨੇ ਭਵਜਲ ਨਿੱਧ ਭਾਰੀ। ਸਮੁੰਦਰ ਜਿਹੜਾ ਹੈ ਨਾ ਬਹੁਤ ਭਾਰੀ ਆ, ਬੜਾ ਗਹਿਰਾ ਡੂੰਘਾ ਗਾ, ਬੜਾ ਲੰਮਾ ਚੌੜਾ ਗਾ। ਇੰਨੀ ਮੇਰੀ ਸੱਤਿਆ ਨਹੀਂ ਹੈ ਮੈਂ ਐਡੇ ਲੰਬੇ ਚੌੜੇ ਸਮੁੰਦਰ ਨੂੰ ਪਾਰ ਕਰ ਜਾਵਾਂ। ਪਰ ਵਾਹਿਗੁਰੂ ਜੀ ਮੈਨੂੰ ਇੱਕ ਤੇਰੇ ਤੇ ਭਰੋਸਾ, ਯਕੀਨ ਆ, ਵਿਸ਼ਵਾਸ ਆ। ਮੈਂ ਤੇਰਾ ਆਸਰਾ ਲੈ ਕੇ ਚੱਲ ਪਾਣਾ, ਤੇਰਾ ਆਸਰਾ ਲੈ ਕੇ ਚੱਲ ਪਾਣਾ। ਇਹ ਦੁਨੀਆ ਦੀ ਵਿਕਾਰਾਂ ਰੂਪੀ ਅੱਗ ਤੋਂ ਵੀ ਬਚ ਸਕਦਾ ਹਾਂ, ਤੇ ਸੰਸਾਰ ਸਮੁੰਦਰ ਦੇ ਵਿੱਚ ਡੁੱਬਣ ਤੋਂ ਵੀ ਬਚ ਸਕਦਾ ਹਾਂ। ਡੁੱਬਣਾ ਕਾਹਦੇ ਚ ਆ, ਵਿਕਾਰਾਂ ਚ, ਕਾਮ ਕ੍ਰੋਧ ਲੋਭ ਹੰਕਾਰ ਚ। ਕਿੰਨੀ ਦੁਨੀਆ ਡੁੱਬੀ ਪਈ ਆ। ਅੱਗ ਕਾਹਦੀ ਮੱਚਦੀ ਆ, ਉਹ ਵੀ ਮਾੜੇ ਕੰਮਾਂ ਦੀ, ਵਿਕਾਰਾਂ ਦੀ, ਨਸ਼ੇ ਵਿਸ਼ੇ ਵਿਕਾਰ। ਵਾਹਿਗੁਰੂ ਜੀ ਮੈਂ ਤੇਰੇ ਆਸਰੇ ਸਦਕਾ ਇਸ ਧਰਤੀ ਤੇ ਸੰਸਾਰ ਸਮੁੰਦਰ ਚੋਂ ਅਤੇ ਵਿਕਾਰਾਂ ਦੀ ਅੱਗ ਚੋਂ ਬਚ ਸਕਦਾ ਹਾਂ, ਜੇ ਮੈਨੂੰ ਤੇਰਾ ਸਹਾਰਾ ਮਿਲ ਜੇ। ਤੇ ਆਪਾਂ ਬਾਣੀ ਚ ਪੜ੍ਹਦੇ ਹਾਂ ਨਾ, ਘਰ ਬਾਹਰ ਤੇਰਾ ਪ੍ਰਭਾਸਾ, ਤੂੰ ਜਨ ਕੈ ਹੈ ਸੰਗ। ਹੁਣ ਗੁਰੂ ਦਾ ਆਸਰਾ ਕਿਸ ਰੂਪ ਵਿੱਚ ਸਾਨੂੰ ਮਿਲੂਗਾ। ਉਹ ਰੂਪ ਕਿਹੜਾ, ਉਹ ਆਕਾਰ, ਉਹ ਕਿਹੜਾ ਨਮੂਨਾ, ਕਿਹੜੀ ਸ਼ਕਲ, ਜਿਹਦੇ ਰਾਹੀਂ ਸਾਨੂੰ ਗੁਰੂ ਦਾ ਆਸਰਾ ਮਿਲ ਜੂਗਾ। ਪਹਿਲਾਂ ਤਾਂ ਇਹ ਸਮਝਣਾ ਵੀ ਸਾਡਾ ਜਿਹੜਾ ਗੁਰੂ ਆ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਆ, ਸ਼ਬਦ ਗੁਰੂ ਆ। ਜਦੋਂ ਇਸ ਗੱਲ ਦਾ ਪਤਾ ਲੱਗ ਗਿਆ ਨਾ, ਤੇ ਫਿਰ ਅਸੀਂ ਆਪਣੇ ਜੀਵਨ ਦੇ ਵਿੱਚ ਵਿਕਾਰਾਂ ਦੀ ਅੱਗ ਤੋਂ ਬਚਣਾਗਾ। ਅਸੀਂ ਬਚਣਾ ਨਾ। ਤੇ ਹੁਣ ਜਦੋਂ ਬਚਣਾਗਾ, ਤੇ ਬਚਣ ਦਾ ਤਰੀਕਾ ਕਿਹੜਾ ਸਭ ਤੋਂ ਵਧੀਆ, ਇੱਕੋ ਇੱਕ ਤਰੀਕਾ, ਗੁਰੂ ਦੇ ਸ਼ਬਦ ਨੂੰ ਆਪਣੇ ਗਲੇ ਦਾ ਹਾਰ ਬਣਾ ਕੇ ਚੱਲਣਾ। ਜਿੱਥੇ ਲੋੜ ਪੈਗੀ ਉੱਥੇ ਵਰਤ ਲੈਣਾ, ਜਿੱਥੇ ਵੀ ਲੋੜ ਪੈਗੀ। ਹੁਣ ਆਪਾਂ ਨੂੰ ਪਤਾ ਨਾ ਵੀ ਇੱਕ ਸਾਡੇ ਸਮਾਜ ਦਾ ਗਹਿਣਾ ਗਾ, ਜਿਹੜਾ ਅੱਜ ਗਹਿਣੇ ਦੇ ਰੂਪ ਚ ਛਾਂਪ, ਤੇ ਕਦੇ ਇਹ ਇੱਕ ਵਰਤਣ ਵਾਲਾ ਸਾਧਨ ਸੀ ਮੋਹਰ। ਇੱਕ ਹੁੰਦੀ ਸੀ ਜੋ ਪਿੰਡ ਦੇ ਨੁਮਾਇੰਦੇ, ਆਗੂ, ਨੰਬਰਦਾਰ ਆਦਿਕ ਉਹਨਾਂ ਕੋਲ, ਤੇ ਅੱਜ ਇੱਕ ਫੈਸ਼ਨ। ਚਲੋ ਬਹੁਤੇ ਪਰਿਵਾਰਾਂ ਦੀ ਕਿਰਾਏ ਹੁੰਦੀ ਆ ਵੀ ਛਾਂਪ, ਕੋਈ ਕਿਸੇ ਤਰ੍ਹਾਂ ਦਾ ਗਲੇ ਪਾਉਣ ਵਾਲਾ ਹਾਰ, ਕੋਈ ਚੈਨੀ, ਕਿਸੇ ਵੀ ਤਰ੍ਹਾਂ ਦਾ ਕੋਈ ਗਹਿਣਾ ਲਾ ਲਓ ਵੀ ਚਲੋ ਕੋਈ ਗੱਲ ਨਹੀਂ ਭਾਈ, ਲੋੜ ਪੈਣ ਤੇ ਵਰਤਿਆ ਜਾਊਗਾ। ਇੱਕ ਭਾਵਨਾ, ਇਵੇਂ ਜਿਵੇਂ
ਗੁਰੂ ਪਾਤਸ਼ਾਹ ਸਾਨੂੰ ਕਹਿੰਦੇ ਵੀ ਤੂੰ ਗੁਰੂ ਦੇ ਸ਼ਬਦ ਨੂੰ ਆਪਣੇ ਗਲੇ ਦਾ ਨਾ ਹਾਰ ਬਣਾ ਲਾ। ਜਿੱਥੇ ਫਿਰ ਇਉਂ ਲੱਗਿਆ ਨਾ ਵੀ ਮੈਨੂੰ ਇੱਥੇ ਲੋੜ ਆ ਸ਼ਬਦ ਦਾ ਆਸਰਾ ਲੈਣਾ, ਗੁਰੂ ਦਾ ਆਸਰਾ ਲੈਣਾ, ਉੱਥੇ ਵਰਤ ਲਈ। ਜੇਬ ਵਿੱਚ ਕੋਈ ਕਿਸੇ ਤਰ੍ਹਾਂ ਦਾ ਪਰਸਾ ਵਟੂਆ, ਉਹਦੇ ਵਿੱਚ 10 20 50 100 ਆਪਣੀ ਇੱਛਾ ਮੁਤਾਬਕ ਕੁਝ ਰੁਪਈਏ ਨੇ, ਜਿੱਥੇ ਲੋੜ ਆ ਵਰਤ ਲਈ। ਸਹਾਰਾ ਤਾਂ ਹੈ ਨਾ ਕੋਲੇ ਪੈਸਿਆਂ ਦਾ। ਇਵੇਂ ਜਿਵੇਂ ਗੁਰੂ ਪਾਤਸ਼ਾਹ ਕਹਿੰਦੇ ਸਤਿਗੁਰਾਂ ਦੀ ਪਾਵਨ ਬਾਣੀ ਸ਼ਬਦ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਘਰ ਬਾਹਰ ਤੇਰਾ ਪ੍ਰਭਾਸਾ, ਤੂੰ ਜਨ ਕੈ ਹੈ ਸੰਗ। ਪਾਤਸ਼ਾਹ ਜੀ ਕਹਿੰਦੇ ਫਿਰ ਇਹ ਵਾਹਿਗੁਰੂ ਜੀ, ਇਹ ਮਾਲਕ ਜੀ, ਮੈਂ ਤੈਨੂੰ ਇਉਂ ਆਪਣੀ ਜ਼ਿੰਦਗੀ 'ਚ ਵਰਤ ਸਕਦਾ ਹਾਂ। ਇਸੇ ਨੂੰ ਕਿਹਾ ਜਾਂਦਾਗਾ ਆਪਣੀ ਜ਼ਿੰਦਗੀ ਦੇ ਵਿੱਚ ਸ਼ਬਦ ਗੁਰੂ ਦਾ ਆਸਰਾ ਇਉਂ ਲੈ ਬਾਈ। ਇਉਂ ਗੁਰੂ ਸਾਡੀ ਜ਼ਿੰਦਗੀ 'ਚ ਕੰਮ ਕਰਦਾ। ਵਿਸ਼ੇ ਵਿਕਾਰਾਂ ਦੀ ਅੱਗ ਵਿੱਚ ਅਸੀਂ ਡਿੱਗਦੇ ਆ ਨਾ, ਤੇ ਉੱਥੇ ਝੱਟ ਆਪਣੇ ਗਲੇ 'ਚੋਂ ਗੁਰੂ ਪਾਤਸ਼ਾਹ ਦੇ ਸ਼ਬਦਾਂ ਦਾ ਜਿਹੜਾ ਹਾਰ ਪਾਇਆ ਗਿਆ, ਇਸ ਹਾਰ ਦੇ ਵਿੱਚੋਂ ਕੁਝ ਮਣਕਿਆਂ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਬਚਾ ਸਕਦੇ ਹਾਂ। ਸ਼ਬਦ ਨਾਲ ਨਾ ਆਪਣੀ ਜ਼ਿੰਦਗੀ ਨੂੰ ਸਵਾਰ ਸਕਦੇ ਹਾਂ। ਡੁੱਬ ਰਹੇ ਹਾਂ ਵਿਸ਼ੇ ਵਿਕਾਰਾਂ ਦੀ ਅੱਗ 'ਚ। ਕਦੇ ਵਕਤ ਆਇਆ ਸੀ, ਆਪਾਂ ਬੜੇ ਬੜੇ ਸੁਣਿਆ, ਰੱਬੀ ਪਿਆਰਿਆਂ ਦੇ ਅਜਿਹਾਂ ਦੇ ਨਾਮ ਆਉਂਦੇ ਨੇ ਵੀ ਉਹ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਬੇਸ਼ਵਾ ਦੇ ਦਰ ਤੇ ਖੜ ਕੇ ਡੁੱਬਦੇ ਸੀ, ਪਰ ਕਿਸੇ ਰੂਪ 'ਚ ਗੁਰੂ ਕੰਮ ਕਰ ਗਿਆ। ਇੱਕ ਇਸ਼ਾਰਾ ਹੀ ਆ ਨਾ। ਇਵੇਂ ਜਿਵੇਂ ਅੱਜ ਸਾਡੇ ਦਿਮਾਗ ਦੇ ਵਿੱਚ ਕੋਈ ਐਸਾ ਖਿਆਲ ਬਣੇ, ਬਸ ਗੁਰੂ ਦੇ ਸ਼ਬਦ ਦਾ ਆਸਰਾ ਲਈਏ ਤੇ ਆਪਾਂ ਇਸ ਸੰਸਾਰ ਵਿੱਚ ਡੁੱਬਣ ਤੋਂ ਬਚ ਜਾਈਏ। ਆਹੀ ਹੀ ਸਾਡੇ ਜੀਵਨ ਦਾ ਅਸਲੀ ਰਸਤਾ ਹੈਗਾ। ਫਿਰ ਪਾਤਸ਼ਾਹ ਕਹਿੰਦੇ ਨੇ ਰਾਖ ਰਾਖ ਮੇਰੇ ਬੀਠਲਾ, ਹੇ ਮੇਰੇ ਬੀਠਲ ਰੱਬ ਜੀ, ਇਹ ਪ੍ਰਮਾਤਮਾ ਜੀ ਮੈਨੂੰ ਬਚਾ ਲੈ, ਬਚਾ ਲੈ, ਬਚਾ ਲੈ, ਬਚਾ ਲੈ। ਕਿਹਨੂੰ ਕਿਹਾ? ਵਾਹਿਗੁਰੂ ਪ੍ਰਮਾਤਮਾ ਨੂੰ। ਅਸੀਂ ਵੀ ਕਹਿਣਾਗਾ। ਫਿਰ ਪਾਤਸ਼ਾਹ ਜੀ ਕਹਿੰਦੇ ਜਨ ਸਰਣ ਤੁਮਾਰੀ ਰਹਾਓ, ਕਿਉਂਕਿ ਮੈਂ ਬਾਕੀ ਸਾਰੇ ਆਸਰੇ ਛੱਡਤੇ ਨਾ, ਇੱਕ ਤੇਰਾ ਆਸਰਾ ਤੱਕਿਆ ਗਿਆ। ਬਾਕੀ ਸਾਰੀਆਂ ਆਪਣੀ ਜ਼ਿੰਦਗੀ ਚੋਂ ਮੈਂ ਜਿਹੜੀਆਂ ਸਹਾਰੇ ਵਾਲੀਆਂ ਢੇਰੀਆਂ ਸੀ ਨਾ, ਉਹ ਛੱਡਤੀਆਂ। ਮਾਪਿਆਂ ਦੀ ਢੇਰੀ ਨੇ ਵੀ ਨਹੀਂ ਕੰਮ ਕੀਤਾ, ਭਰਾਵਾਂ ਦੀ ਢੇਰੀ ਨੇ ਵੀ ਨਹੀਂ ਕੰਮ ਕੀਤਾ, ਰਾਜੇ ਮਹਾਰਾਜਿਆਂ ਦੀ ਢੇਰੀ ਨੇ ਵੀ ਨਹੀਂ ਕੰਮ ਕੀਤਾ। ਉਹਨਾਂ ਨੂੰ ਮੈਂ ਢਾਤਾ, ਬਸ ਤੇਰੇ ਵਾਲੀ ਢੇਰੀ ਆ, ਮੈਂ ਰੱਖ ਲਈ, ਤੇਰੇ ਤੇ ਆਸਰਾ, ਮੈਨੂੰ ਤੂੰ ਬਚਾ। ਤੇ ਮਾਲਕ ਨੇ ਸਾਨੂੰ ਬਚਾ ਲੈਣਾ ਗਾ। ਰਹਾਓ। ਤੇ ਜੇ ਅਸੀਂ ਆਪਣੇ ਤਰੀਕੇ ਵਰਤਾਂਗੇ, ਇਹ ਤਾਂ ਹੁਣ ਗੁਰੂ ਸਾਹਿਬ ਨੇ ਦੱਸਤਾ ਨਾ, ਕੈਸੇ ਤਰੁਣ, ਕਿਵੇਂ ਮੈਂ ਤਰ ਸਕਦਾ ਹਾਂ ਤੇ ਕਿਉਂ ਛੂਟੂ, ਕਿਵੇਂ ਮੈਂ ਬਚ ਸਕਦਾ ਹਾਂ। ਭਵਜਲ ਨਿਧ ਭਾਰੀ ਰਾਖ ਰਾਖ ਮੇਰੇ ਬੀਠਲਾ, ਜਨ ਸਰਣ ਤੁਮਾਰੀ। ਆ ਤਰੀਕਾ ਗਾ ਗੁਰੂ ਦੇ ਸ਼ਬਦ ਦਾ ਆਸਰਾ ਲਈਏ। ਇਹਦੇ ਤੋਂ ਬਿਨਾ ਦੂਜਾ ਕੋਈ ਤਰੀਕਾ ਨਹੀਂ। ਪਰ ਬੰਦੇ ਨੇ ਤਰੀਕੇ ਲੱਭ ਬਹੁਤ ਲੈਤੇ। ਆਪਾਂ ਆਮ ਹੀ ਕਹਿੰਦੇ ਨਾ, ਬੰਦਾ ਜੁਗਾੜੀ ਆ। ਬੰਦੇ ਦੇ ਅੰਦਰ ਨਾ ਬੜਾ ਕੁਝ ਚੱਲ ਰਿਹਾ ਹੈਗਾ, ਪਰ ਚੇਤਾ ਰੱਖਿਓ ਜਿਹੜਾ ਜੁਗਾੜ ਆ ਨਾ, ਉਹ ਸਾਡੇ ਸਮਾਜਿਕ ਕੰਮਾਂ ਦੇ ਵਿੱਚ ਤਾਂ ਸਾਡੀ ਹੈਲਪ ਕਰ ਸਕਦਾ, ਮਦਦ ਕਰ ਸਕਦਾ, ਪਰ ਉਹ ਧਰਮ ਵਾਲੇ ਪਾਸੇ ਜੁਗਾੜ ਨਹੀਂ ਕੰਮ ਕਰਦਾ ਹੁੰਦਾ। ਕਿਉਂਕਿ ਗੁਰਮਤ ਦਾ ਅਸੂਲ ਆ ਵੀ ਧਰਮ ਆ ਜਿਹੜਾ ਇਹ ਸੱਚ ਆ। ਇੱਕੋ ਧਰਮ ਜਿਹੜਾ ਸੱਚ, ਕੋਈ ਸੱਚ ਹੈ ਨਾ। ਤੇ ਜਿੱਥੇ ਸੱਚ ਆ ਉੱਥੇ ਜੁਗਾੜ ਕੋਈ ਵੀ ਨਹੀਂ ਕੰਮ ਕਰਦਾ। ਹੁਣ ਚੇਤਾ ਰੱਖਿਓ, ਸੋਨਾ ਹੀਰਾ ਆਦਿਕ ਬੜੀਆਂ ਮਹਿੰਗੀਆਂ ਮਹਿੰਗੀਆਂ ਧਨਤਾਂ ਨੇ, ਜਿਹੜੀਆਂ ਗਹਿਣਿਆਂ ਦੇ ਰੂਪ ਵਿੱਚ ਸਾਡੇ ਘਰ ਵਿੱਚ ਆਉਂਦੀਆਂ ਨੇ, ਅਮੀਰਾਂ ਦੇ ਘਰਾਂ ਵਿੱਚ ਜਾਂਦੀਆਂ ਨੇ। ਪਰ ਚੇਤਾ ਰੱਖਿਓ, ਉਹਨਾਂ ਮਹਿੰਗੀਆਂ ਧਨਤਾਂ ਦੇ ਵਿੱਚ ਕੋਈ ਜੁਗਾੜ ਨਹੀਂ ਹੁੰਦਾ। ਜਿੱਥੇ ਜੁਗਾੜ ਦੀ ਗੁੰਜਾਇਸ਼ ਹੋਈ, ਉਹ ਸੋਨਾ ਨਕਲੀ ਆ। ਜਿੱਥੇ ਜੁਗਾੜ ਦੀ ਗੁੰਜਾਇਸ਼ ਹੋਈ ਨਾ, ਵੀ ਇੱਥੇ ਜੁਗਾੜ ਲਾਇਆ ਹੋਇਆਗਾ, ਉਹ ਹੀਰਾ ਨਕਲੀ ਆ। ਜਿੱਥੇ ਜੁਗਾੜ ਕੀਤਾ ਹੋਇਆ,
ਤੇ ਪਰ ਆਪਾਂ ਇਸ ਗੱਲ ਨੂੰ ਜ਼ਰੂਰ ਧਿਆਨ ਵਿੱਚ ਰੱਖੀਏ ਵੀ ਜਿਹੜਾ ਧਰਮ ਆ, ਜਿਹੜਾ ਪ੍ਰਮਾਤਮਾ ਦਾ ਨਿਯਮ ਆ, ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਆ, ਇਹਦੇ ਵਿੱਚ ਜੁਗਾੜ ਕਿਤੇ ਵੀ ਨਹੀਂ ਕੰਮ ਕਰਦਾ। ਪਰ ਬੰਦੇ ਨੇ ਜੁਗਾੜ ਲਾਇਆ। ਕਿਵੇਂ? ਪਾਤਸ਼ਾਹ ਜੀ ਕਹਿੰਦੇ ਬੰਦੇ ਨੇ ਪਹਿਲਾ ਜੁਗਾੜ ਲਾਇਆ, ਆਪਣਾ ਘਰ ਛੱਡਤਾ। ਕਹਿੰਦਾ ਇਉਂ ਬਚ ਜੂ, ਕਹਿੰਦਾ ਮੈਂ ਸੰਸਾਰ ਸਾਗਰ ਵਿੱਚ ਡੁੱਬਣ ਤੋਂ, ਇਸ ਵਿਸ਼ੇ ਵਿਕਾਰਾਂ ਦੀ ਮਚ ਰਹੀ ਅੱਗ ਤੋਂ ਇਉਂ ਬਚ ਜੂ ਮੈਂ। ਕਿਵੇਂ? ਦੂਰ ਭੱਜ ਕੇ। ਪਰ ਚੇਤਾ ਰੱਖਿਓ, ਅੱਗ ਲੱਗੀ ਹੋਵੇ, ਬੰਦਾ ਬੁਝਾਉਣ ਦਾ ਯਤਨ ਨਾ ਕਰੇ ਤੇ ਅੱਗ ਦੇ ਮੂਹਰੇ ਮੂਹਰੇ ਭੱਜ ਲੇ, ਕੀ ਹੋਊਗਾ? ਉਹ ਆਪਾਂ ਨੂੰ ਭੱਜਣ ਨਹੀਂ ਦਿੰਦੀ। ਅੱਗ ਆਪਣੇ ਲਪੇਟ 'ਚ ਲੈ ਲੂਗੀ। ਸਾਗਰ ਆ ਤੇ ਉਹਦੇ ਵਿੱਚ ਆਪਾਂ ਨੂੰ ਕੋਈ ਤੈਰਨਾ ਨਹੀਂ ਆਉਂਦਾ, ਕੁਛ ਨਹੀਂ ਕਰਨਾ ਆਉਂਦਾਗਾ, ਤੇ ਆਪਾਂ ਖੜੇ ਟਾਰਾਂ ਮਾਰੀ ਜਾਈਏ ਤੇ ਵਿੱਚ ਉਤਰ ਜਾਈਏ ਤੇ ਆਪਾਂ ਨੂੰ ਪਤਾ ਕੁਝ ਸਮੇਂ ਬਾਅਦ ਅਸੀਂ ਡੁੱਬ ਜਾਵਾਂਗੇ। ਜੇ ਜੁਗਾੜ ਕੀਤਾ ਹੋਊਗਾ, ਪੱਕੇ ਪੈਰੀ ਕੰਮ ਕਰਨ ਦੇ ਨਾਲ ਫਿਰ ਬਖਸ਼ਿਸ਼ ਹੋਣੀ ਆ, ਸਾਨੂੰ ਤਾਕਤ એનર્ਜੀ ਮਿਲਣੀ ਆ। ਹੁਣ ਬੰਦੇ ਨੇ ਪਹਿਲਾ ਜੁਗਾੜ ਕੀਤਾ, ਪਾਣੀ ਨੂੰ ਵੇਖ ਕੇ ਭੱਜ ਲਿਆ, ਸੰਸਾਰ ਸਾਗਰ ਨੂੰ ਵੇਖ ਕੇ ਭੱਜ ਲਿਆ। ਫਿਰ ਇਹਨੇ ਮਚ ਰਹੀ ਵਿਕਾਰਾਂ ਦੀ ਅੱਗ ਨੂੰ ਦੇਖ ਕੇ ਦੌੜ ਲਾਤੀ। ਕਬੀਰ ਸਾਹਿਬ ਜੀ ਕਹਿੰਦੇ ਗ੍ਰਹਿ ਤਜ, ਤੇ ਕਿੰਨੇ ਬਾਬਿਆਂ ਦੇ ਵਿਚਾਰ ਆ, ਕਹਿੰਦੇ ਵਿਆਹ ਨਾ ਕਰਾਓ, ਇਹ ਘਰੋਂ ਭੱਜਣਾ ਹੀ ਆ। ਜੇ ਕਿਸੇ ਨੇ ਕਰਾ ਲਿਆ, ਕਹਿੰਦੇ ਛੱਡ ਕੇ ਡੇਰਾ ਪਾ ਕੇ ਬਹਿ ਜਾਓ ਕਿਤੇ, ਕਹਿੰਦੇ ਇਹ ਭਗੌੜੇ ਆ। ਇਹ ਬਾਬੇ ਨਾਨਕ ਦੀ ਨਿਗਾਹ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਗਲਤ ਕੰਮ ਕਰਦੇ ਆ, ਜੁਗਾੜੀ ਨੇ ਇਹ। ਪਰ ਧਰਮ ਵਾਲੇ ਰਸਤੇ 'ਚ ਜੁਗਾੜ ਨਹੀਂ ਚੱਲਦਾ। ਬੱਚੇ ਛੱਡਣੇ, ਪਰਿਵਾਰ ਛੱਡਣੇ, ਇਦਾਂ ਦੀਆਂ ਗੱਲਾਂ ਕਰਨੀਆਂ, ਤੇ ਪਾਤਸ਼ਾਹ ਜੀ ਕਹਿੰਦੇ ਇਹ ਭਾਈ ਭਗੌੜੇ ਆ। ਇਹ ਤਾਂ 0% ਵੀ ਕੋਈ ਗੁੰਜਾਇਸ਼ ਨਹੀਂ ਹੈ ਵੀ ਇਹਨਾਂ ਦਾ ਜੁਗਾੜ ਇਹ ਭੱਜਣ ਵਾਲਾ ਰੱਬ ਦੇ ਘਰੇ, ਗੁਰੂ ਦੇ ਘਰੇ ਚੱਲ ਜੂ, ਚੱਲਦਾ ਨਹੀਂਗਾ। ਜੇ ਇਦਾਂ ਦੀ ਵਿਚਾਰ ਹੁੰਦੀ ਤੇ ਪਿੱਛੇ ਆਪਾਂ ਨਾ ਗੋੜੀ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਪੜ੍ਹੀ ਸੀ, ਉੱਥੇ ਦਰਜ ਕੀ ਕੀਤਾ ਪਾਤਸ਼ਾਹ ਨੇ, ਕਹਿੰਦੇ ਬਿੰਦਰਾ ਜੋ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਜੇ ਇਦਾਂ ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ ਛੱਡ ਕੇ ਜੁਗਾੜ ਲਾ ਕੇ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਨਾ, ਤੇ ਫਿਰ ਖੁਸਰੇ ਨੇ ਜਿੰਨੇ ਸਾਰੇ ਬ੍ਰਹਮ ਗਿਆਨੀ ਬਣ ਜਾਂਦੇ। ਉਹ ਤਾਂ ਆਪਣਾ ਘਰ ਵੀ ਛੱਡ ਦਿੰਦੇ ਨੇ, ਤੇ ਬੱਚੇ ਪੈਦਾ ਕਰਨ ਯੋਗ ਉਹਨਾਂ ਦੀ ਸਮਰੱਥਾ ਨਹੀਂ ਹੈ। ਪ੍ਰਮਾਤਮਾ ਵੱਲੋਂ ਉਹਨਾਂ ਦਾ ਜੀਵਨ ਐਸਾ ਗਾ, ਪਰ ਵਾਹਿਗੁਰੂ ਭਲਾ ਕਰੇ, ਉਹਨਾਂ ਨੇ ਆਪਣੇ ਜੀਵਨ ਨੂੰ ਤਿਆਗੀ ਬਣਾ ਲਿਆ। ਬਣਾਇਆ ਨਹੀਂ, ਰੱਬ ਵੱਲੋਂ ਹੀ ਮਤਲਬ ਕਿ ਉਹਨਾਂ ਨੇ ਤਜ ਛੱਡਤਾ। ਪਰ ਉਹਨਾਂ ਦੇ ਦਿਮਾਗ ਦੇ ਵਿੱਚ ਸ਼ਰਾਰਤਾਂ, ਉਹਨਾਂ ਦੇ ਜਿਹੜੇ ਲੱਛਣ ਨੇ, ਜਿਹੜੀਆਂ ਉਹਨਾਂ ਦੀਆਂ ਕਰਤੂਤਾਂ ਨੇ, ਉਹ ਘਟੀਆ ਹੁੰਦੀਆਂ ਨੇ, ਵਧੀਆ ਨਹੀਂ ਹੁੰਦੀਆਂ। ਤੇ ਗੁਰੂ ਸਾਹਿਬ ਕਹਿੰਦੇ ਪਰ ਜੇ ਇਦਾਂ ਦਾ ਕੁਝ ਹੁੰਦਾ, ਫਿਰ ਭਾਈ ਉਹ ਬ੍ਰਹਮ ਗਿਆਨੀ ਬਣ ਜਾਂਦੇ, ਸੰਤ ਬਣ ਜਾਂਦੇ, ਮਹੰਤ, ਪ੍ਰਮਾਤਮਾ ਦੇ ਸੱਚੇ ਸੁੱਚੇ ਸੇਵਕ ਬਣ ਜਾਂਦੇ। ਨਹੀਂ, ਅੱਜ ਤੱਕ ਤੁਸੀਂ ਦੇਖਿਆ ਨਹੀਂ ਹੋਣਾ ਵੀ ਖੁਸਰਾ ਸੰਤ ਬਣਿਆ ਫਿਰਦਾ, ਬ੍ਰਹਮ ਗਿਆਨੀ ਬਣਿਆ ਫਿਰਦਾਗਾ, ਤੇ ਵੱਡੀ ਤੋਂ ਵੱਡੀ ਨੇ ਪ੍ਰਾਪਤੀ ਕਰ ਲਈ ਕੋਈ, ਨਾ 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 ਨਾ। ਤਾਈਓ ਬਾਬੇ ਨੇ ਬਾਣੀ 'ਚ ਲਿਖਿਆ, ਐਵੇਂ ਨਹੀਂ ਲਿਖਿਆ, ਵੇਖ ਕੇ ਲਿਖਿਆਗਾ, ਐਵੇਂ ਥੋੜੀ ਲਿਖਿਆਗਾ। ਮਾਲਕ ਭਲਾ ਕਰੇ। ਪਾਤਸ਼ਾਹ ਜ਼ਿਕਰ ਕਰਦੇ ਨੇ, ਭਗਤ ਕਬੀਰ ਕਹਿੰਦੇ ਪਹਿਲਾਂ ਜੁਗਾੜ ਬੰਦੇ ਨੇ ਕੀਤਾ ਘਰੋਂ ਭੱਜਣ ਦਾ। ਫਿਰ ਲਿਖਿਆ ਕੀ ਆ? ਗ੍ਰਹਿ ਤਜ, ਜਾਂਦਾ ਕਿੱਥੇ ਆ? ਬਣਖੰਡ ਜਾਈਏ। ਬਣਖੰਡ ਜੰਗਲਾਂ ਵਿੱਚ ਵੱਜ ਗਿਆ। ਉੱਥੇ ਜਾ ਕੇ ਨੇ ਆਪਣੇ ਆਪ ਦੇ ਵਿੱਚ ਪ੍ਰਚਲਿਤ ਕੀਤਾ, ਕਹਿੰਦਾ ਮੈਂ ਔਰਤ ਨੂੰ ਮੱਥੇ ਨਹੀਂ ਲਾਉਣਾ, ਜੁਗਾੜ। ਤੇ ਅਸੀਂ ਬੜਾ ਉਹਨਾਂ ਦੇ ਪੈਰੀ ਜਾ ਕੇ ਡਿੱਗਦੇ ਹਾਂ ਜਿਨ੍ਹਾਂ ਦੀਆਂ ਆਹ ਭਾਵਨਾਵਾਂ ਨੇ, ਪਰ ਬਾਬੇ ਨਾਨਕ ਦੀ ਨਿਗਾਹ ਵਿੱਚ ਉਹ ਘਟੀਆ ਲੋਕ ਨੇ, ਉਹ ਸਮਾਜ ਦੇ ਵਿੱਚ ਇੱਕ ਕਲੰਕ ਨੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਮੁਤਾਬਕ। ਪਰ ਸਾਡੇ ਲਈ ਉਹ ਹੀਰੋ ਨੇ। ਇਹ ਸਾਡੀ ਮੂਰਖਤਾ, ਸਾਡੀ ਇਹ ਅੰਦਰ ਦੀ ਮਾੜੀ ਭਾਵਨਾ, ਘਟੀਆ ਨੀਤੀ ਆ ਸਾਡੀ, ਘਟੀਆ ਸੋਚ ਆ।
ਹੁਣ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਬਨ ਖੰਡ ਜਾਈਏ, ਬਨ ਖੰਡ ਧਰਤੀ ਦਾ ਹਿੱਸਾ, ਉਹ ਹਿੱਸਾ ਜਿੱਥੇ ਜੰਗਲ ਨੇ, ਉਹ ਜੰਗਲਾਂ ਦੇ ਵਿੱਚ ਵਾਗੇ। ਅੱਗੇ ਉਹਨਾਂ ਨੇ ਪਖੰਡ ਚਲਾਇਆ, ਕਹਿੰਦੇ ਅਸੀਂ ਔਰਤ ਨੂੰ ਮੱਥੇ ਨਹੀਂ ਲਾਉਣਾ। ਕਿਸੇ ਨੇ ਸਵਾਲ ਕਰਤਾ ਫਿਰ ਢਿੱਡ ਕਿਵੇਂ ਭਰੋਗੇ? ਉਹਨਾਂ ਨੇ ਹੋਰ ਚਲਾਕੀ ਖੇਡੀ। ਕਿਹੜੀ ਖੇਡੀ? ਚੁਣ ਖਾਈਐ ਕੰਦਾ। ਕਹਿੰਦੇ ਅਸੀਂ ਜੰਗਲ ਦੇ ਵਿੱਚ ਪੁੰਗਰੀਆਂ ਹੋਈਆਂ ਚੀਜ਼ਾਂ ਨਾ, ਗਾਜਰਾਂ, ਮੂਲੀਆਂ ਆਦਿਕ, ਕੋਈ ਹੋਰ ਕਿਸੇ ਵੀ ਤਰ੍ਹਾਂ ਦੇ, ਇਹ ਖਾ ਕੇ ਟਾਈਮ ਪਾਸ ਕਰ ਲਾਂਗੇ, ਪਰ ਅਸੀਂ ਔਰਤ ਨੂੰ ਮੱਥੇ ਨਹੀਂ ਲਾਉਂਦੇ। ਹੁਣ ਆਪਾਂ ਸੋਚੋ ਇਹਨਾਂ ਲੋਕਾਂ ਨੇ ਇਹ ਭਾਵਨਾ ਕਿਉਂ ਬਣਾਈ? ਕਹਿੰਦੇ ਰੱਬ ਨੂੰ ਮਿਲਣਾਗਾ, ਤੇ ਰੱਬ ਨੂੰ ਮਿਲਣ ਵਾਸਤੇ ਕਹਿੰਦੇ ਔਰਤ ਅੜਿੱਕਾ ਲਾਉਂਦੀ ਆ। ਹੁਣ ਇਹਨਾਂ ਦਾ ਜੁਗਾੜ ਆ ਕਿ ਅਸਲੀਅਤ। ਤੇ ਜਿਹਨੂੰ ਕਮਲਿਆਂ ਨੂੰ ਪੁੱਛੋ ਵੀ ਤੁਸੀਂ ਜੰਮੇ ਕਿੱਥੋਂ? ਕਿਸੇ ਮਾਂ ਨੇ, ਕਿਸੇ ਭੈਣ ਨੇ, ਬੱਚੀ ਨੇ ਜਨਮ ਦਿੱਤਾ ਨਾ, ਤੇ ਭਾਵਨਾ ਤੁਹਾਡੀ ਕੀ ਆ? ਇਸੇ ਕਰਕੇ ਬਾਬੇ ਨਾਨਕ ਨਾਲ ਕਿਸੇ ਦੀ ਵੀ ਨਹੀਂ ਬਣਦੀ। ਆਹੀ ਗੱਲਾਂ ਬਾਬਾ ਨਾਨਕ ਨਾਲ ਡਾਂਗ ਮਾਰਦਾ ਕਿਸੇ ਦੇ, ਪਰ ਜਿਹੜੀਆਂ ਗੱਲਾਂ ਨੇ ਡਾਂਗ ਤੋਂ ਵੱਧ ਦੁੱਖ ਲਾਉਂਦੀਆਂ। ਹਜੇ ਡਾਂਗ ਦੀ ਪੀੜ ਘੱਟ ਲੱਗੂਗੀ, ਪਰ ਬਾਬੇ ਨਾਨਕ ਦੇ ਵਚਨਾਂ ਦੀ ਪੀੜ ਆ ਨਾ ਜਿਹੜੀ, ਇਹ ਬਹੁਤ ਲੱਗਦੀ ਆ। ਚਲੋ ਤੁਸੀਂ ਬੜੇ ਸੂਝਵਾਨ ਸਿਆਣੇ ਹੋ, ਇਸ ਗੱਲ ਨੂੰ ਸਮਝਦੇ ਹੋ ਵੀ ਗੁਰੂ ਪਾਤਸ਼ਾਹ ਜੀ ਕਹਿੰਦੇ ਬਨ ਖੰਡ ਜਾਈਐ, ਚੁਣ ਖਾਈਐ ਕੰਦਾ। ਚਲੋ ਬੰਦਾ ਇਹਨਾਂ ਦੀ ਗੱਲ ਨਾਲ ਸਹਿਮਤ ਹੋ ਗਿਆ, ਘਰ ਵੀ ਛੱਡ ਲਿਆ, ਠੀਕ ਆ, ਜੰਗਲਾਂ ਜਾ ਕੇ ਰਹਿਣ ਲੱਗੇ, ਠੀਕ ਆ, ਰੋਟੀ ਨਹੀਂ ਖਾਣੀ ਕਿਉਂਕਿ ਔਰਤ ਨੂੰ ਬਣਾਉਣੀ ਪੈਂਦੀ ਹੈ ਨਾ, ਤੁਸੀਂ ਔਰਤ ਦੇ ਹੱਥ ਦਾ ਖਾਣਾ ਨਹੀਂ, ਚਲੋ ਠੀਕ ਆ। ਤੁਸੀਂ ਆਪਣੇ ਆਪ ਨੂੰ ਮੰਨ ਲਿਆ ਵੀ ਅਸੀਂ ਮੂਲੀਆਂ ਗਾਜਰਾਂ ਖਾ ਕੇ, ਹੋਰ ਪੱਤੇ ਨਿੱਕ ਸੁੱਕ ਖਾ ਕੇ ਟਾਈਮ ਪਾਸ ਕਰ ਲਾਂਗੇ, ਠੀਕ ਆ। ਇਹ ਸਾਰੇ ਕਾਸੇ ਦਾ ਮੇਨ ਕਾਰਨ ਕੀ ਆ? ਰੀਜ਼ਨ ਕੀ ਆ? ਤੇ ਜੋ ਆਪਾਂ ਪਿੱਛੇ ਪੜਿਆ ਉਸ ਤੁਕ ਵੱਲ ਫੇਰ ਆ ਜੋ, ਕਿਉਂ ਛੂਟੂ ਕੈਸੇ ਤਰੂੰ ਭਵਜਲ ਨਿਧ ਭਾਰੀ। ਮੈਂ ਆ ਸੰਸਾਰ ਦੇ ਵਿੱਚ ਨਾ ਗ੍ਰਸਤੀ ਪਰਿਵਾਰਾਂ ਵਿੱਚ ਰਹਿ ਕੇ ਇਹਨਾਂ ਦਾ ਜੁਗਾੜ ਸੀ, ਤਰ ਨਹੀਂ ਸਕਦਾ। ਕਿਉਂਕਿ ਮੈਨੂੰ ਜਦੋਂ ਸਮਾਜ ਵਿੱਚ ਵਿਚਰਨਾ ਪਊਗਾ ਤੇ ਮੇਰੀ ਭਾਵਨਾ ਮਾੜੀ ਹੋ ਜੂ ਔਰਤ ਨੂੰ ਦੇਖ ਕੇ। ਤੇ ਬਾਬੇ ਨਾਨਕ ਨੇ ਜਵਾਬ ਪਤਾ ਕਿੰਨਾ ਵਧੀਆ ਦਿੱਤਾਗਾ, ਮੰਨ ਲਓ ਕਿਸੇ ਨੂੰ ਦੇਖ ਕੇ ਭਾਵਨਾ ਮੇਰੀ ਮਾੜੀ ਆ, ਉਹਦੇ ਚ ਕਿਸੇ ਦਾ ਕੀ ਕਸੂਰ ਆਗਾ? ਤੇ ਜਿਹੜਾ ਦੋਸ਼ ਆਗਾ, ਜਿਹੜੀ ਸਜ਼ਾ ਗਈ, ਉਹ ਔਰਤ ਨੂੰ ਦਿੱਤੀ ਗਈ ਆ। ਬੁਰਕਾ ਪਾਲਾ ਤੂੰ ਘਰੋਂ ਬਾਹਰ ਨਹੀਂ ਜਾਣਾ, ਤੂੰ ਮੰਦਰ ਨਹੀਂ ਜਾਣਾ, ਤੂੰ ਮਸਜਿਦ ਨਹੀਂ ਜਾਣਾ। ਇਹ ਤਾਂ ਸਤਿਕਾਰਯੋਗ ਗੁਰੂ ਨਾਨਕ ਸਾਹਿਬ ਨੇ ਆ, ਜਿਨੇ ਸਾਡੀਆਂ ਭੈਣਾਂ ਨੂੰ, ਸਾਡੀਆਂ ਮਾਵਾਂ ਨੂੰ ਆਪਣੇ ਕੋਲ ਆਪਣੀ ਬੁੱਕਲ ਦੇ ਵਿੱਚ ਗੋਦੀ ਚ ਬਹਾ ਲਿਆ। ਨਹੀਂ ਕਿਸੇ ਧਰਮ ਚ ਸਤਿਕਾਰ ਨਹੀਂ ਔਰਤ ਦਾ। ਅੱਛਾ, ਜਿਨ੍ਹਾਂ ਨੇ ਔਰਤ ਨੂੰ ਭੰਡਿਆ, ਨਿੰਦਿਆ, ਮਾੜਾ ਕਿਹਾ, ਉਹਨਾਂ ਨੇ ਹੀ ਦੇਵੀ ਬਣਾ ਕੇ ਪੂਜਾ ਕੀਤੀ ਆ। ਪਖੰਡ। ਹੁਣ ਬਾਬੇ ਨਾਨਕ ਨੂੰ ਗੱਲਾਂ ਚੰਗੀਆਂ ਲੱਗਣਗੀਆਂ? ਕਦੇ ਵੀ ਨਹੀਂ ਲੱਗਦੀਆਂ। ਇੱਕ ਪਾਸੇ ਦਾ ਮਾੜਾ ਕਹੀ ਜਾਂਦੇ ਆ, ਦੂਜੇ ਪਾਸੇ ਦੇਵੀਆਂ ਬਣਾ ਕੇ ਅਸੀਂ ਪੂਜਾ ਕਰੀ ਜਾਂਦੇ ਆਂਗੇ, ਉਹੀ ਲੋਕ ਕਹਿੰਦੇ ਨੇ। ਸੋਚੋ, ਗੁਰੂ ਸਾਹਿਬ ਜੀ ਕਹਿੰਦੇ ਸਭ ਕੀ ਹੈ, ਇਹ ਸਭ ਪਖੰਡ ਆ। ਚਲੋ ਆਪਣੀ ਵਿਚਾਰ ਚੱਲਦੀ ਸੀ ਵੀ ਇਹਨਾਂ ਲੋਕਾਂ ਨੇ ਗੱਲ ਪ੍ਰਚਲਿਤ ਕੀਤੀ, ਕਹਿੰਦੇ ਅਸੀਂ ਸਮਾਜ ਦੇ ਵਿੱਚ ਰਹਿ ਨਹੀਂ ਸਕਦੇ ਕਿਉਂ ਇੱਥੇ ਰਹਿਣਾ ਬੜਾ ਔਖਾ ਗਾ। ਇਹ ਤਾਂ ਬਾਬੇ ਨਾਨਕ ਨੇ ਵੀ ਕਹਿੰਦਾ ਵੀ ਵਾਕਈ ਰਹਿਣਾ ਔਖਾ ਗਾ, ਪਰ ਉਹਨਾਂ ਦਾ ਜੁਗਾੜ ਗਲਤ ਆ, ਉਹਨਾਂ ਦੀ ਸੋਚ, ਉਹਨਾਂ ਦੇ ਲੱਛਣ, ਉਹਨਾਂ ਦੀ ਕਰਤੂਤ ਗਲਤ ਆ। ਪਰ ਅਸਲੀਅਤ ਕੀ ਆ? ਗੁਰੂ ਸਾਹਿਬ ਕਹਿੰਦੇ ਅਸਲੀਅਤ ਇਹ ਆਪਣੇ ਘਰ ਪਰਿਵਾਰ ਵਿੱਚ ਰਹਿ, ਗ੍ਰਸਤੀ ਪਰਿਵਾਰ ਵਿੱਚ ਰਹਿ, ਕੰਮ ਦੇ ਵਿੱਚ, ਕਿਰਤ ਦੇ ਵਿੱਚ ਇੰਨਾ ਲੀਨ ਹੋ ਜਾ ਵੀ ਮੈਂ ਆਪਣੇ ਬੱਚਿਆਂ ਨੂੰ ਹੱਕ ਹਲਾਲ ਦੀ ਰੋਟੀ ਖਵਾਉਣੀ ਆ। ਕਦੇ ਵੀ ਤੇਰੇ ਦਿਮਾਗ ਵਿੱਚ ਮਾੜਾ ਫੁਰਨਾ ਨਹੀਂ ਆਊਗਾ। ਸਭ ਤੋਂ ਵਧੀਆ ਤਰੀਕਾ ਆਗਾ। ਜਦੋਂ ਅਸੀਂ ਵਿਹਲੇ ਹੋਵਾਂਗੇ ਫੇਰ ਭਾਵੇਂ ਗਾਜਰਾਂ ਖਾਓ, ਮੂਲੀਆਂ ਖਾਓ, ਪੱਤੇ ਖਾਓ, ਕੁਝ ਖਾਓ। ਗੁਰੂ ਸਾਹਿਬ ਕਹਿੰਦੇ ਕੋਈ ਵੀ ਖਾਣਾ ਖਾਣ ਤੋਂ ਬਾਅਦ ਤੁਹਾਡੀ ਅੰਦਰ ਦੀ ਜਿਹੜੀ ਗੰਦੀ ਨੀਅਤ ਆ ਨਾ, ਗੰਦੀ ਭਾਵਨਾ, ਉਹਦੇ ਤੋਂ ਕਦੇ ਖਹਿੜਾ ਛੁੱਟ ਨਹੀਂ ਸਕਦਾ। ਇੱਥੇ ਪਾਤਸ਼ਾਹ ਨੇ ਕੀ ਲਿਖਿਆ ਤੇ ਉਹਨਾਂ ਨੇ ਕੀ ਕਿਹਾ? ਪਾਤਸ਼ਾਹ ਕਹਿੰਦੇ ਵੀ ਤੁਸੀਂ ਗਾਜਰਾਂ ਮੂਲੀਆਂ ਕਿਉਂ ਖਾਂਦੇ? ਕਹਿੰਦੇ ਠੰਡੀਆਂ ਹੁੰਦੀਆਂ, ਇਹਨਾਂ ਨੂੰ ਖਾਣ ਦੇ ਨਾਲ ਨਾ ਬੰਦੇ ਦੇ ਦਿਮਾਗ ਵਿੱਚ ਕਾਮ ਵਾਸ਼ਨਾ, ਉਤੇਜਨਾ ਨਹੀਂ ਹੁੰਦੀਗੀ, ਮਤਲਬ ਅੰਦਰੋਂ ਬਕਾਰੀ ਭਾਵਨਾ ਨਹੀਂ ਬਣਦੀਗੀ। ਤੇ ਗੁਰੂ ਸਾਹਿਬ ਨੇ ਕੀ ਕਿਹਾ? ਅਜਹੂ ਬਕਾਰ
ਨਾ ਛੋੜਈ ਪਾਪੀ ਮਨ ਮੰਦਾ। ਇਹ ਬਕਾਰ ਤਾਂ ਤੁਹਾਡੇ ਮਨ ਵਿੱਚ ਬਣਨੇ ਨੇ, ਤੇ ਮਨ ਨੂੰ ਤੁਹਾਡੇ ਖਾਣ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਲਾਭ ਜਾਂ ਹਾਨੀ ਨਹੀਂ ਹੈ। ਜੇ ਤੁਹਾਡੀ ਸੋਚ ਮਾੜੀ ਹੈ ਨਾ, ਭਾਵੇਂ ਗਾਜਰਾਂ ਖਾਓ, ਮੂਲੀਆਂ ਖਾਓ, ਭਾਵੇਂ ਰੋਟੀ ਖਾਓ, ਕੁਛ ਮਰਜ਼ੀ ਖਾਓ, ਪਰ ਤੁਹਾਡੀ ਸੋਚ ਤੇ ਡਿਪੈਂਡ ਆ। ਗੁਰੂ ਸਾਹਿਬ ਜੀ ਕਹਿੰਦੇ ਆਹ ਸਾਡੇ ਸੰਸਾਰ ਦਾ ਹਾਲ ਆ ਭਾਈ। ਅੱਜ ਵੀ ਬਾਬਿਆਂ ਦਾ ਹੀ ਹਾਲ ਆ। ਖੁੱਡੇ ਕੋ ਪੱਟੇ ਉਹਨਾਂ ਨੇ, ਟੋਏ ਕੋ ਪੱਟੇ, ਭੂਰਿਆਂ 'ਚ ਕਿਉਂ ਬੈਠੇ, ਆਹੀ ਗੱਲਾਂ ਸੀ ਨਾ। ਅੱਜ ਸਾਡੇ ਸਮਾਜ ਵਿੱਚ ਬੜੇ ਬਾਬੇ ਨੇ, ਬੜੇ ਅੰਮ੍ਰਿਤਧਾਰੀ ਬਾਬੇ ਨੇ, ਮਾਫ ਕਰਨਾ, ਦੁਖਾਂਤ ਤਾਂ ਕਹਿੰਦੇ ਅਸੀਂ ਵੀ ਨਹੀਂ ਕਹਿੰਦੇ ਔਰਤ ਨੂੰ ਮੱਥੇ ਲਾਉਣਾ। ਬਾਬਾ ਤਾਂ ਭੋਰੇ 'ਚ ਹੀ ਰਹਿੰਦਾ 24 ਘੰਟੇ, ਬਸ ਵੇਲੇ ਵੇਲੇ ਰਾਤ ਬਰਾਤੀ ਨਿਕਲਦਾ ਬਾਹਰ। ਰਾਤ ਬਰਾਤੀ ਐ ਦੂਰ ਦੂਰ ਦੀ ਲੰਘ ਜਾਂਦਾ, ਪਿੰਡ 'ਚ ਨਹੀਂ ਵੜਦਾ ਬਾਬਾ, ਬਾਹਰ ਖੇਤਾਂ 'ਚ ਹੀ ਰਹਿੰਦਾ ਹੈਗਾ। ਇਹ ਅੱਜ ਵੀ ਸਾਡੇ ਸਮਾਜ ਚੱਲ ਰਿਹਾ ਹੈਗਾ। ਸੋ ਮਾਫ ਕਰਨਾ, ਗੁਰੂ ਸਾਹਿਬ ਜੀ ਇਸ ਗੱਲ ਨਾਲ ਸਹਿਮਤ ਨਹੀਂ। ਗੁਰੂ ਸਾਹਿਬ ਸਾਡੇ ਇੱਕ ਗੁਰੂ ਸਾਹਿਬਾਨ ਨੂੰ ਛੱਡ ਕੇ ਨਾ, 8ਵੇਂ ਪਾਤਸ਼ਾਹ ਨੂੰ ਛੱਡ ਕੇ, ਸਾਰੇ ਗੁਰੂ 9 ਦੇ 9 ਗੁਰੂ ਸਾਡੇ ਬੱਚਿਆਂ ਵਾਲੇ ਨੇ। ਉਹਨਾਂ ਨੇ ਤਾਂ ਮਾੜਾ ਖਿਆਲ ਕਦੇ ਬਣਾਇਆ ਹੀ ਨਹੀਂ ਆਪਣੀ ਸੁਰਤ 'ਚ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲੋਂ ਕੌਣ ਬਲੀ ਹੋ ਸਕਦਾ, ਵੱਡਾ ਸੂਰਮਾ ਕੌਣ ਹੋ ਸਕਦਾ ਗਾ। ਮਾਤਾ ਸਾਹਿਬ ਕੌਰ ਪਤਨੀ ਆ, ਬੜਾ ਗਹਿਰਾ ਨੁਕਤਾ ਗਾ, ਪਤਨੀ ਆ, ਪਰ ਇਤਿਹਾਸ ਦੱਸਦਾ ਵੀ ਮਾਤਾ ਸਾਹਿਬ ਕੌਰ ਗੁਰੂ ਸਾਹਿਬ ਦਾ ਕੁਆਰਾ ਡੋਲਾ ਭਾਈ, ਵਿਆਹਿਆ ਵੀ ਆ ਤੇ ਕੁਆਰਾ ਵੀ ਆ। ਸੋ ਮਾਫ ਕਰਨਾ, ਇਹ ਗੁਰੂ ਪਾਤਸ਼ਾਹ ਦੇ ਜੀਵਨ ਦੀ ਝਲਕ ਆ ਨਿੱਕੇ ਜਿਹੇ ਪੁਆਇੰਟ ਤੋਂ ਨਾ ਸਾਨੂੰ ਬਹੁਤ ਕੁਝ ਸਿਖਾ ਕੇ ਜਾਂਦੇ ਆ ਵੀ ਸਾਡਾ ਜੀਵਨ ਇੰਨਾ ਬਲਵਾਨ ਹੋਣਾ ਚਾਹੀਦਾ। ਘਰ ਛੱਡ ਕੇ ਜੰਗਲਾਂ 'ਚ ਬਹਿ ਕੇ ਗਾਜਰਾਂ ਮੂਲੀਆਂ ਖਾ ਕੇ ਆਪਣੇ ਪਾਪੀ ਮਨ ਨੂੰ ਮਾੜੇ ਕੰਮਾਂ ਤੋਂ, ਮਾੜੇ ਫੁਰਨਿਆਂ ਤੋਂ ਨਹੀਂ ਰੋਕਿਆ ਜਾ ਸਕਦਾ। ਆਪਣੇ ਮਨ ਨੂੰ ਮਾੜੇ ਫੁਰਨਿਆਂ ਤੋਂ ਰੋਕਣ ਦਾ ਇੱਕੋ ਇੱਕ ਤਰੀਕਾ ਕਿਹੜਾ? ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ। ਜਦੋਂ ਆਪਾਂ ਗੁਰੂ ਦੀ ਸ਼ਰਨ ਵਿੱਚ ਆ ਜਾਵਾਂਗੇ ਨਾ, ਇੱਥੇ ਆ ਕੇ ਬਸ ਸਕਦੇ ਆ। ਤੇ ਇੱਥੋਂ ਗੁਰੂ ਸਾਹਿਬ ਨੇ ਸਾਡੇ ਮਨ ਨੂੰ ਬਿਜੀ ਕਰਨਾ, ਮਨ ਨੂੰ ਕੰਮ ਦੇਣਾ, ਹਾਰਡ ਵਰਕ ਦੇਣਾ ਮਨ ਨੂੰ, ਵੀ ਤੂੰ ਕੰਮ ਕਰ, ਵਿਹਲਾ ਨਾ ਰਹਿ। ਇੰਨਾ ਤਕੜਾ, ਇੰਨਾ ਬਲਵਾਨ ਹੋ ਜਾ। ਜਦੋਂ ਤੂੰ ਵਿਹਲਾ ਹੋਏਗਾ ਉਦੋਂ ਸਰਾਰਤਾਂ ਕਰੇਗਾ। ਹੁਣ ਗਾਜਰਾਂ ਮੂਲੀਆਂ ਖਾਣ ਵਾਲੇ, ਜੰਗਲਾਂ 'ਚ ਬੈਠਣ ਵਾਲੇ 24 ਘੰਟੇ ਵਿਹਲੇ ਨੇ। ਇਹਨਾਂ ਨੇ ਕਿਹੜਾ ਕੋਈ ਪੱਖੇ ਬਣਾਉਣੇ ਆ, ਇਹਨਾਂ ਨੇ ਕਿਹੜਾ ਕੋਈ ਮੱਝਾਂ ਸਾਹਮਣੀਆਂ, ਕੋਈ ਗੋਹਾ ਸੁੱਟਣਾਗਾ, ਇਹਨਾਂ ਨੇ ਕਿਹੜਾ ਕੋਈ ਝਾੜੂ ਮਾਰਨਾਗਾ। ਇਹ ਤਾਂ ਵਿਚਾਰੇ ਵਿਹਲੇ ਆ ਨਾ। ਤੇ ਜੇ ਵਿਹਲੇ ਨੇ, ਇਹਨਾਂ ਦੇ ਮਨ 'ਚ ਕੀ ਚੱਲਦਾ ਉਹ ਤੁਸੀਂ ਜਾਣਦੇ। ਇੱਕ ਪੁਆਇੰਟ ਪੜ੍ਹ ਲਓ, ਚਲੋ ਬਾਕੀ ਬਹੁਤ ਆਪਾਂ ਸੁਣ ਲਿਆ। ਸਤਿਗੁਰੂ ਗੁਰੂ ਪਾਤਸ਼ਾਹ ਜੀ ਨਾ ਪਾਵਨ ਬਾਣੀ ਵਿੱਚ ਲਿਖਦੇ ਨੇ, ਕਹਿੰਦੇ ਕੁੰਵਰ ਤਾਪ ਗੇਰੀ ਕੇ ਬਸਤਰਾ, ਆਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ। ਕਹਿੰਦੇ ਦੁੱਖਾਂ ਦਾ ਮਾਰਿਆ ਨਾ ਉਹ ਆਪਣਾ, ਇੱਥੇ ਲਿਖਿਆ ਗਿਆ ਗ੍ਰਹਿ ਤਜ ਬਨ ਖੰਡ ਜਾਈਏ, ਗ੍ਰਹਿ ਤੇ ਨਸਤਾ, ਦੁੱਖਾਂ ਦਾ ਮਾਰਿਆ ਆਪਣੇ ਘਰ ਚੋਂ ਭੱਜ ਗਿਆ। ਅਸਲ ਦੇ ਵਿੱਚ ਉਹਨੂੰ ਜਵਾਕ ਪਾਲਣੇ ਔਖੇ ਲੱਗਦੇ, ਤਾਈਓ ਘਰੋਂ ਭੱਜ ਗਿਆ। ਗ੍ਰਹਿ ਤੇ ਨਸਤਾ, ਦੇਸ਼ ਛੋੜ ਪਰਦੇਸਾਂ ਧਾਇਆ, ਆਪਣਾ ਦੇਸ਼ ਛੱਡ ਕੇ, ਆਪਣਾ ਥਾਂ ਛੱਡ ਕੇ ਉਹ ਦੂਜੇ ਥਾਂ ਜਾ ਕੇ ਬਹਿ ਗਿਆ। ਦੂਜੇ ਥਾਂ ਬੱਲੇ ਬੱਲੇ ਹੋ ਗਈ। ਲੋਕਾਂ ਨੇ ਕਹਿਤਾ, ਕਹਿੰਦੇ ਇਹਦੇ ਵਰਗਾ ਤਾਂ ਬਣਨਾ ਹੀ ਔਖਾ, ਕਹਿੰਦੇ ਇਹ ਤਾਂ ਬੜਾ ਤਕੜਾ ਸਾਧ ਹੈਗਾ, ਬੜਾ ਤਕੜਾ ਮਹੰਤਾ, ਬੜਾ ਤਕੜਾ ਸੰਤ ਹੈ। ਤਾਂ ਦੇਸ਼ ਛੋੜ ਪਰਦੇਸਾਂ ਧਾਇਆ, ਤੇ ਫਿਰ ਹੋਇਆ ਕੀ? ਕਹਿੰਦੇ ਭੱਜਿਆ ਸੀ ਬਕਾਰਾਂ ਤੋਂ ਬਚਣ ਦੇ ਲਈ, ਭੱਜਿਆ ਸੀ ਸੰਸਾਰ ਸਾਗਰ ਦੀ ਅੱਗ ਤੋਂ, ਇਸ ਸਮੁੰਦਰ ਦੇ ਵਿੱਚ ਡੁੱਬਣ ਤੋਂ ਬਚਣ ਦੇ ਲਈ। ਪਰ ਜੇ ਆਪਾਂ ਨੂੰ ਗੁਰਬਾਣੀ ਤੇ ਵਿਸ਼ਵਾਸ ਹੈ ਨਾ, ਤਾਂ ਆਹ ਗੱਲ ਨੂੰ ਚੇਤੇ ਰੱਖਿਓ। ਕਹਿੰਦੇ ਪੰਜ ਚੰਡਾਲ ਨਾਲੇ ਲੈ ਆਇਆ। ਕਹਿੰਦੇ ਜਿਹੜੇ 5 ਚੰਡਾਲ ਸੀ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦੇ ਵਿੱਚੋਂ ਇੱਕ ਤੋਂ ਵੀ ਖੜਾ ਨਹੀਂ ਛਡਵਾ ਸਕਿਆ, ਇੱਕ ਤੋਂ ਵੀ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਜਿੰਨਾ ਕੁਛ ਮਰਜ਼ੀ ਕਰੀਏ, ਜੁਗਾੜ ਆ ਨਾ ਇਹ, ਜਿੰਨਾ ਮਰਜ਼ੀ ਜੁਗਾੜ ਲਾਈ ਚੱਲ। ਜੁਗਾੜ ਲਾ ਕੇ ਸੱਚ ਦੇ ਆਸ਼ਿਕ ਨਹੀਂ ਬਣਿਆ ਜਾ ਸਕਦਾ। ਸੱਚ ਦੇ ਆਸ਼ਿਕ ਬਣਨ ਦੇ ਲਈ ਅਸਲੀਅਤ, ਰਿਐਲਿਟੀ 'ਚ ਕੰਮ ਕਰਨਾ ਪੈਂਦਾਗਾ, ਸੇਵਾ ਕਰਨੀ ਪੈਂਦੀ ਆ, ਬੰਦਗੀ, ਭਜਨ, ਬਾਣੀ ਦੀ ਵਿਚਾਰ ਕਰਨੀ ਪੈਂਦੀ ਆ। ਆਪਣੀ ਜ਼ਿੰਦਗੀ ਦੇ ਵਿੱਚ ਭਲੇ ਦੇ ਕੰਮ, ਸੁਕਿਰਤ ਕਰਮ ਕਰਨੇ ਪੈਂਦੇ ਨੇ। ਜੁਗਾੜ
ਹੁਣ ਪਾਤਸ਼ਾਹ ਜੀ ਕਹਿੰਦੇ ਇਹ ਜੁਗਾੜ ਜਿੰਨੇ ਮਰਜ਼ੀ ਲਾਈ ਚੱਲ, ਚਾਹੇ ਘਰੋਂ ਭੱਜਣ ਵਾਲਾ, ਜੰਗਲਾਂ 'ਚ ਰਹਿਣ ਵਾਲਾ, ਔਰਤ ਨੂੰ ਨਾ ਮੱਥੇ ਲਾਉਣ ਵਾਲਾ, ਪਾਠ ਪੜ੍ਹਨ ਵਾਲਾ, ਵੇਦਾਂ ਦੀ ਵਿਚਾਰ ਕਰਨ ਵਾਲਾ, ਪਾਠ ਪੜ੍ਹੋ ਔਰ ਵੇਦ ਵਿਚਾਰੋ, ਨਿਵਲ ਭੁਅੰਗਮ ਸਾਧੇ, ਨਿਉਲੀ ਕਰਮ ਕਰਨ ਵਾਲਾ, ਜਿੰਨਾ ਮਰਜ਼ੀ ਪਖੰਡ ਕਰੀ ਚੱਲ, ਨਿਵਲ ਭੁਅੰਗਮ ਸਾਧੇ। ਫਿਰ ਅੱਗੇ ਕੀ ਲਿਖਿਆ? ਪੰਜ ਜਨਾ ਸਿਉ ਸੰਗ ਨਾ ਛੁੱਟ ਕਿਉ, ਅਦਕ ਅਹਾਂ ਬੁੱਧ ਬਾਧੇ। ਇਹਨਾਂ ਪੰਜਾਂ ਵਕਾਰਾਂ ਤੋਂ ਖੜਾ ਅੱਜ ਵੀ ਨਹੀਂ ਛੁੱਟ ਸਕਿਆ। ਅਜੇ ਵੀ ਬਹੁਤੇ ਬਾਬੇ ਜਿਨ੍ਹਾਂ ਦੀ ਆਹ ਭਾਵਨਾ ਸੀ ਨਾ, ਜੁਗਾੜੀ ਬਾਬੇ ਸੀ, ਉਹ ਇਹਨਾਂ ਕੇਸਾਂ ਦੇ ਵਿੱਚ ਫਸ ਕੇ ਜੇਲ੍ਹਾਂ 'ਚ ਬੈਠੇ ਆ। ਆਹ ਕੇਸਾਂ 'ਚ ਫਸ ਕੇ, ਕਾਮ ਕ੍ਰੋਧ ਲੋਭ ਹੰਕਾਰ ਵਾਲੇ ਕੇਸਾਂ 'ਚ ਫਸ ਕੇ ਨਾ ਜੇਲ੍ਹ 'ਚ ਬੈਠੇ ਆ। ਸੋਚੋ ਵੀ ਗੁਰੂ ਸਾਹਿਬ ਗਲਤ ਬੋਲਦੇ ਆ ਕਿ ਸਹੀ ਬੋਲਦੇ ਆ? ਸਹੀ ਬੋਲਦੇ ਆ। ਅਜਹੂ ਵਕਾਰ ਨਾ ਛੋੜੇ ਹੀ, ਇੱਥੇ ਲਿਖਿਆ ਸੀ, ਪਾਪੀ ਮਨ ਮੰਦਾ। ਅਜੇ ਸਾਡੇ ਮਨ ਵਿੱਚੋਂ ਪਾਪ ਨਿਕਲੇ ਨਹੀਂ, ਤੇ ਪਾਪ ਕੱਢਣ ਦੇ ਲਈ ਮਨ ਨੂੰ ਕਿਸੇ ਆਹਰ ਲਾਉਣਾ ਪਊਗਾ, ਕਿਸੇ ਕਿੱਤੇ ਲਾਉਣਾ ਪਊ, ਕਿਸੇ ਕੰਮ ਤੇ ਲਾਉਣਾ ਪਊਗਾ। ਮਨ ਨੂੰ ਸੱਚ ਵਾਲੇ ਪਾਸੇ ਲਾ ਦਿਓ, ਮਨ ਨੂੰ ਗੁਰੂ ਦੀ ਬਾਣੀ ਵਾਲੇ ਪਾਸੇ ਲਾ ਦਿਓ, ਮਨ ਨੂੰ ਗੁਰੂ ਦੀ ਸੇਵਾ ਵਾਲੇ ਪਾਸੇ ਲਾ ਦਿਓ। ਉਸੇ ਦਿਨ ਤੋਂ ਵਕਾਰ ਸਾਡੇ ਦਿਮਾਗ ਚੋਂ ਨਿਕਲ ਜਾਣਗੇ। ਆ ਸੱਚ ਦਾ ਵਧੀਆ ਤਰੀਕਾ ਗਾ ਗੁਰੂ ਨੂੰ ਪਾਉਣ ਦਾ, ਜਨ ਸਰਨ ਤੁਮਾਰੀ। ਫਿਰ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਬਿਖੈ ਬਿਖੈ ਕੀ ਬਾਸਨਾ। ਪਾਤਸ਼ਾਹ ਕਹਿੰਦੇ ਬਿਖੈ ਬਿਖੈ ਕੀ ਭਾਵ ਜਿਹੜੀ ਵਾਸ਼ਨਾ ਨਾ, ਚਲੋ ਇੱਥੇ ਆਪਾਂ ਮੋਟੀਆਂ ਮੋਟੀਆਂ ਗੱਲਾਂ ਆਮ ਹੀ ਕਰ ਲੈਂਦੇ ਆ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਪੰਜ। ਇਹਨਾਂ ਪੰਜਾਂ ਦੇ ਵਿੱਚੋਂ ਨਿੱਕੀ ਨਿੱਕੀ ਫੋਟ ਹੋ ਜਾਂਦੀ ਹੈ, ਹੋਰ ਨਿੱਕੇ ਨਿੱਕੇ ਨਾ ਹੋਰ ਢੰਗੂਰ ਵੱਜ ਜਾਂਦੇ ਨੇ। ਜਿਹਨੂੰ ਭਗਤ ਕਬੀਰ ਸਾਹਿਬ ਨੇ ਇੱਥੇ ਲਿਖਿਆ ਹੈਗਾ ਬਿਖੈ ਬਿਖੈ ਕੀ ਬਾਸਨਾ। ਕਹਿੰਦੇ ਵਾਸ਼ਨਾ ਦੀਆਂ ਕਿਸਮਾਂ ਬਹੁਤ ਆ, ਇੱਕ ਕਿਸਮ ਨਹੀਂ ਹੈ। ਇੰਨੀਆਂ ਕਿਸਮਾਂ ਨੇ ਜਿਹੜੀਆਂ ਗਿਣੀਆਂ ਨਹੀਂ ਜਾ ਸਕਦੀਆਂ। ਅੱਡ ਅੱਡ ਏਰੀਏ 'ਚ ਅੱਡ ਅੱਡ ਕਿਸਮ, ਕਿਸੇ ਪਿੰਡ ਦਾ, ਕਿਸੇ ਮੁਹੱਲੇ ਦਾ, ਕਿਸੇ ਇਲਾਕੇ ਦਾ ਕਿਹੋ ਜਿਹਾ ਸੁਭਾਅ, ਉੱਥੇ ਕੋਈ ਪਖੰਡ ਤੇ ਕੋਈ ਕਿਸੇ ਤਰ੍ਹਾਂ ਦਾ ਉੱਥੇ ਬਕਾਰੀ ਸਿਸਟਮ ਚੱਲਦਾ ਗਾ, ਉਹਨਾਂ ਦਾ ਆਪਣੀ ਭਾਵਨਾ ਮੁਤਾਬਕ। ਚਲੋ ਮੇਨ ਗੱਲ ਵੀ ਸਾਰਾ ਸੰਸਾਰ ਵਿਸ਼ੇ ਵਾਸ਼ਨਾ ਦੀ ਬਕਾਰੀ ਅੱਗ ਵਿੱਚ ਡੁੱਬ ਚੁੱਕਿਆ, ਤਾਂ ਕਿਵੇਂ ਬਚ ਗਿਆ ਆਪਾਂ? ਉਹ ਪਾਤਸ਼ਾਹ ਨੇ ਦੱਸਤਾ ਵੀ ਅਸੀਂ ਗੁਰੂ ਦੀ ਸ਼ਰਨ ਵਿੱਚ ਆ ਕੇ ਮਨ ਨੂੰ, ਆਪਣੇ ਦਿਮਾਗ ਨੂੰ ਇੰਨਾ ਕੁ ਹਾਰਡ ਵਰਕ ਦੇ ਦਿਓ, ਬਿਜੀ ਕਰ ਦਿਓ ਵੀ ਇਹਦੇ ਦਿਮਾਗ ਦੇ ਵਿੱਚ ਨਾ, ਬੰਦੇ ਦੇ ਦਿਮਾਗ ਵਿੱਚ, ਮਨ 'ਚ ਕੋਈ ਬੁਰਾ ਖਿਆਲ ਹੀ ਨਾ ਆਵੇ। ਜਿਹੜੇ ਅੱਜ ਨਾ ਇਹ ਅੰਕੜੇ ਆਪਾਂ ਕੱਢ ਸਕਦੇ, ਬਾਬਾ ਨਾਨਕ ਦਾ 500-600 ਸਾਲ ਪਹਿਲਾਂ ਕਹਿ ਰਿਹਾ ਹੈਗਾ, ਜਿਹੜੇ ਬੰਦੇ ਅੱਜ ਵੀ ਕੰਮਾਂ ਦੇ ਵਿੱਚ ਬਿਜੀ ਨੇ ਉਹ ਮਾੜੇ ਕੰਮਾਂ ਤੋਂ ਮੁਕਤ ਆ। ਸਿੱਧਾ ਜਿਹਾ ਹਿਸਾਬ, ਜਿਹੜਾ ਬੰਦਾ ਵਿਹਲਾ ਗਾ, ਦਿਮਾਗ ਵਿਹਲਾ ਜਿਹਦਾ, ਉਹੀ ਮਾੜੇ ਕੰਮ ਕਰਦਾ। ਉਹੀ ਜਿਹੜਾ ਬਿਜੀ ਆ ਨਾ, ਉਹ ਨਹੀਂ ਕਰਦਾ। ਇੱਥੇ ਗੁਰੂ ਸਾਹਿਬ ਜੀ ਕਹਿੰਦੇ ਵੇਖਿਆ ਵੇਖਿਆ ਕੀ ਵਾਸਨਾ ਤਜੀਆ ਨਹਿ ਜਾਈ। ਬੰਦੇ ਨੂੰ ਇੰਨੀਆਂ ਬਿਮਾਰੀਆਂ, ਇੰਨੀਆਂ ਵਾਸ਼ਨਾਵਾਂ ਚੁੰਬੜੀਆਂ ਹੋਈਆਂ ਨੇ ਜਿਹੜੀਆਂ ਆਪਾਂ ਛੱਡ ਨਹੀਂ ਸਕਦੇ। ਮੋਟੀਆਂ ਮੋਟੀਆਂ ਹੀ ਤਾਂ ਆਪਾਂ ਵੀ ਗਿਣ ਸਕਦੇ ਆ। ਸੁਣਨ ਦੀਆਂ ਕਈ ਕਿਸਮਾਂ ਨੇ, ਗੰਦਾ ਮੰਦਾ ਸੁਣਨਾ, ਚੁਗਲੀ ਨਿੰਦਾ ਸੁਣਨੀ, ਹੋਰ ਗਲਤ ਗੱਲਾਂ ਦਾ ਆਪਣੇ ਜੀਵਨ ਦੇ ਵਿੱਚ ਰਸ ਬਣਾ ਕੇ ਸੁਣਨਾ, ਕਿੰਨੀਆਂ ਬਣ ਜਾਣਗੀਆਂ ਨਾ। ਵੇਖਣਾ, ਕੀ ਵੇਖਿਆ ਉਹ ਆਪਾਂ ਵੇਖ ਸਕਦੇ ਆ। ਆਪਾਂ ਸੋਚ ਸਕਦੇ ਨਾ ਵੀ ਅਸੀਂ ਕੀ ਵੇਖਦੇ ਆ। ਜਾਂ ਹੱਥਾਂ ਨਾਲ ਕਰਨਾ, ਕੀ ਕੀਤਾ, ਕਿੰਨੀਆਂ ਵਾਸ਼ਨਾ ਨੇ ਹੱਥਾਂ ਨੂੰ ਚੁੰਬੜੀਆਂ। ਪੈਰਾਂ ਨਾਲ ਤੁਰਨਾ, ਕਿਹੜੀਆਂ ਕਿਹੜੀਆਂ ਵਾਸ਼ਨਾਵਾਂ ਦੇ ਪਿੱਛੇ ਲੱਗ ਕੇ ਪੈਰ ਜਾਂਦੇ ਨੇ, ਉਹ ਆਪਾਂ ਵੇਖ ਸਕਦੇ ਆ। ਠੇਕੇ ਜਾਂਦੇ ਆ, ਬੇਸਵਾ ਦੁਆਰੇ ਜਾਂਦੇ ਆ, ਚੋਰੀ ਕਰਨ ਜਾਂਦੇ ਆ, ਠੱਗੀ ਮਾਰਨ ਜਾਂਦੇ ਆ, ਕਿੰਨੀਆਂ ਵਾਸ਼ਨਾਵਾਂ ਨੇ। ਬਿਖੈ ਬਿਖੈ ਕੀ ਵਾਸਨਾ ਤਜੀਆ ਛੱਡੀ ਨਹੀਂ ਜਾ ਸਕਦੀ, ਤਜੀਆ ਨਹੀਂ ਜਾਏ। ਫਿਰ ਅੱਗੇ ਗੁਰੂ ਸਾਹਿਬ ਕਹਿੰਦੇ ਨੇ ਅਨਕ ਯਤਨ ਕਰ ਰਾਖੀਐ ਫਿਰ ਲਪਟਾਈ। ਕਹਿੰਦੇ ਅਨੇਕਾਂ ਯਤਨ ਕੀਤੇ ਬੰਦੇ ਨੇ, ਕਹਿੰਦੇ ਦੁਬਾਰਾ ਮੁੜ ਇਹ ਫਿਰ ਉਹਨਾਂ ਵਾਸ਼ਨਾ ਦੇ ਵਿੱਚ ਫਸ ਜਾਂਦਾ। ਜਿਵੇਂ ਨਾ ਇੱਕ ਛੋਟੀ ਜਿਹੀ ਉਦਾਹਰਨ ਹੈ। ਲੋਕ ਕਈ ਵਾਰ ਆਪਾਂ ਕਹਿੰਦੇ ਨਾ ਫਲਾਣੇ ਬੰਦੇ ਨੇ ਅੰਮ੍ਰਿਤ ਵੀ ਛਕ ਲਿਆ, ਉਹਨੇ ਛੱਡ ਵੀ ਦਿੱਤਾ, ਇਹਦਾ ਮਤਲਬ ਉਹਨੂੰ ਵਾਸ਼ਨਾਵਾਂ ਵੱਧ ਚੁੰਬੜੀਆਂ ਹੋਈਆਂ ਸੀ ਨਾ। ਜੇ ਤਾਂ ਥੋੜੀਆਂ ਚੁੰਬੜੀਆਂ ਹੁੰਦੀਆਂ ਫਿਰ ਤਾਂ ਬਚਤ ਰਹਿ ਜਾਂਦੀ।
ਜੇ ਤਾਂ ਬਿਮਾਰੀ ਥੋੜੀ ਹੁੰਦੀ ਨਾ ਫਿਰ ਤਾਂ ਉਹ ਪਹਿਲੀਆਂ 1 2 3 4 ਖੁਰਾਕਾਂ ਦੇ ਨਾਲ ਠੀਕ ਹੋ ਜਾਂਦਾ। ਇਹਦਾ ਮਤਲਬ ਬਿਮਾਰੀਆਂ ਉਹਨੂੰ ਵੱਧ ਲੱਗੀਆਂ ਹੋਣਗੀਆਂ ਸੀ। ਕਈ ਵਾਰ ਆਪਣੇ ਨਾਲ ਵੀ ਇਦਾਂ ਦਾ ਹਾਦਸਾ ਵਾਪਰਦਾ ਨਾ, ਆਪਾਂ ਡਾਕਟਰ ਕੋਲ ਜਾਈ, ਗਿੱਟੇ ਵੀ ਦੁਖੀ ਜਾਂਦੇ, ਗੋਡੇ ਵੀ, ਪੇਟ ਦਰਦ ਵੀ ਆ, ਸਿਰ ਦਰਦ ਵੀ ਆ, ਅੱਖਾਂ 'ਚ ਦਰਦ ਵੀ ਆ, ਆਪਾਂ ਕਿੰਨੀਆਂ ਹੀ ਗੱਲਾਂ ਦੱਸ ਦਿੰਦੇ ਆ। ਡਾਕਟਰ ਕਹਿੰਦਾ ਆਪਾਂ ਕੱਲੀ ਕੱਲੀ ਬਿਮਾਰੀ ਠੀਕ ਕਰਾਂਗੇ ਆਪਾਂ। ਹੁਣ ਗੁਰੂ ਸਾਹਿਬ ਕੋਲ ਅਸੀਂ ਆਉਣਾਗਾ, ਚਲੋ ਸ਼ਾਬਾਸ਼ ਸਾਡੇ ਗੁਰੂ ਦੇ ਜਿਹੜਾ ਇਕੱਠੀਆਂ ਬਿਮਾਰੀਆਂ ਦਾ ਇਲਾਜ ਕਰਨ ਦਾ, ਪਰ ਇੱਥੋਂ ਸਿੱਧ ਹੁੰਦਾ ਵੀ ਜਿਹੜਾ ਬੰਦਾ ਡਾਵਾਂ ਡੋਲ ਆ ਨਾ ਤੇ ਉਸ ਬੰਦੇ ਨੂੰ ਬਿਮਾਰੀਆਂ ਵੱਧ ਨੇਗੀਆਂ, ਵਿਸ਼ੇ ਵਾਸ਼ਨਾਵਾਂ ਵਾਲੀਆਂ। ਇੱਥੇ ਵਿਖੇ ਵਿਖੇ ਕੀ ਵਾਸਨਾ ਕਹਿੰਦੇ, ਉਹਨੂੰ ਜਿੰਨੀਆਂ ਮਰਜ਼ੀ ਇੱਕ ਇੱਕ ਬਿਮਾਰੀ ਕਰਕੇ ਤੋੜੀ ਜਾਓ, ਉਹ ਅਗਲੀ 'ਚ, ਉਦੋਂ ਅਗਲੀ 'ਚ, ਉਦੋਂ ਅਗਲੀ 'ਚ ਫਸੀ ਜਾਂਦਾ। ਚਲੋ ਇੱਕ ਫਿਰ ਮੈਂ ਦੁਬਾਰਾ ਉਦਾਹਰਨ ਦੇ ਦਿੰਦਾ ਵੀ ਕਿੰਨੇ ਲੋਕ ਨੇ, ਕਿੰਨੇ ਉਹ ਬਾਬੇ ਨੇ ਜਿਨ੍ਹਾਂ ਤੇ ਇੱਕ ਇੱਕ ਕੋਈ ਕੇਸ ਨਹੀਂ ਹੈ, ਉਹਨਾਂ ਤੇ ਕਿੰਨੇ ਕਿੰਨੇ ਕੇਸ ਨੇ ਅਲੱਗ-ਅਲੱਗ ਵਿਸ਼ਿਆਂ ਨਾਲ ਸੰਬੰਧਿਤ। ਆਹ ਮਾੜਾ ਕੰਮ ਕੀਤਾ ਆ ਜਾ, ਆਹ ਮਾੜਾ ਕੰਮ ਕੀਤਾ ਆ ਜਾ, ਆਹ ਵਾਸ਼ਨਾ ਦੀ ਭੁੱਖ ਚੈਂ ਕੀਤਾ ਆ ਜਾ। ਕਿੰਨੀ ਮਾੜੇ ਕੰਮ ਕੀਤੇ ਨੇ ਨਾ, ਤੇ ਕਿੰਨੀ ਸੋਹਣੀ ਵਿਚਾਰ ਭਗਤ ਕਬੀਰ ਸਾਹਿਬ ਨੇ ਸਾਨੂੰ ਦਿੱਤੀ ਆ। ਵਿਚਾਰ ਦਾ ਵਿਸ਼ਾ ਕੀ ਸੀ? ਅਸੀਂ ਕਿਵੇਂ ਬਚ ਸਕਦੇ ਹਾਂ ਮਾੜੇ ਕੰਮਾਂ ਤੋਂ, ਤੇ ਕਿਵੇਂ ਅਸੀਂ ਆਪਣੇ ਆਪ ਨੂੰ ਬਚਾ ਸਕਦੇ ਹਾਂ। ਕੰਧ ਮੂਲ ਖਾ ਕੇ ਨਹੀਂ ਬਚਾਇਆ ਸਕਦਾ, ਘਰ-ਬਾਰ ਛੱਡ ਕੇ ਨਹੀਂ ਬਚਾਇਆ ਜਾ ਸਕਦਾ, ਬੱਚੇ ਛੱਡ ਕੇ ਨਹੀਂ ਬਚਾਇਆ ਜਾ ਸਕਦਾ। ਇਹ ਪਾਤਸ਼ਾਹ ਜੀ ਨੇ ਸਾਰੇ ਕਾਸੇ ਨੂੰ ਕੀ ਕਿਹਾ? ਜੁਗਾੜ। ਇਹ ਜੁਗਾੜ ਲਾ ਕੇ ਬਚਤ ਨਹੀਂ ਹੁੰਦੀ। ਤੇ ਜਦੋਂ ਆਪਣੀ ਜ਼ਿੰਦਗੀ 'ਚ ਅਸੀਂ ਇਦਾਂ ਦੇ ਮਾਮੂਲੀ ਜੁਗਾੜ ਲਾਉਣੇ ਛੱਡਤੇ ਨਾ, ਬਚਤ ਉਦੋਂ ਸ਼ੁਰੂ ਹੋਣੀ ਆ ਸਾਡੀ। ਉਹਨਾਂ ਟਾਈਮ ਸਾਡੀ ਬਚਤ ਨਹੀਂ ਹੋਣੀ। ਜਿਹੜੇ ਜੁਗਾੜ ਲਾਉਂਦੇ ਆ ਉਹ ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ, ਇੱਕ ਦਿਨ ਫੇਰ ਉਹ ਟੁੱਟ ਜਾਂਦੇ ਆ। ਤੇ ਜਿਹਦਾ ਜੁਗਾੜ ਨਹੀਂ ਲੱਗਿਆ ਹੁੰਦਾ ਉਹ ਕਦੇ ਵੀ ਨਹੀਂ ਟੁੱਟਦਾ। ਉਹ ਭਾਵੇਂ ਮਨੀ ਸਿੰਘ ਦਾ ਜ਼ਿਕਰ ਕਰ ਲਓ, ਜੁਗਾੜ ਹੈ ਹੀ ਨਹੀਂ ਜ਼ਿੰਦਗੀ 'ਚ। ਤਾਰੂ ਸਿੰਘ ਦਾ ਜ਼ਿਕਰ ਕਰ ਲਓ, ਜੁਗਾੜ ਹੈ ਹੀ ਨਹੀਂ ਜ਼ਿੰਦਗੀ। ਜੋ ਅਸਲੀਅਤ ਆ ਗਈ ਤੇ ਜੁਗਾੜੀ ਖਤਮ ਹੋ ਜਾਂਦਾ। ਜੁਗਾੜੀ ਦੁਨੀਆ ਦੇ ਵਿੱਚ ਜੁਗਾੜ ਲਾ ਸਕਦਾਗਾ, ਪਰ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਮੁਤਾਬਕ ਬਾਬੇ ਨਾਨਕ ਦੇ ਘਰੇ ਜੁਗਾੜ ਨਹੀਂ ਚੱਲਦਾ। ਇੱਥੇ ਜੋ ਹੈ ਅਸਲੀਅਤ ਵਾਪਰਦਾ। ਮਾਲਕ ਭਲਾ ਕਰੇ। ਫਿਰ ਪਾਤਸ਼ਾਹ ਕਹਿੰਦੇ, ਜਰਾ ਜੀਵਨ ਜੋਬਨ ਗਿਆ। ਇਹਨਾਂ ਜੁਗਾੜਾਂ 'ਚ, ਵਿਸ਼ੇ ਵਾਸ਼ਨਾਵਾਂ ਦੇ ਵਿੱਚ ਜਰਾ ਜੀਵਨ ਜੋਬਨ ਗਿਆ। ਪਾਤਸ਼ਾਹ ਜੀ ਕਹਿੰਦੇ ਨਾ, ਬੁਢੇਪਾ ਵੀ ਗਿਆ, ਜਵਾਨੀ ਵੀ ਗਈ। ਇਹਦੇ ਵਿੱਚ ਅਸੀਂ ਕਿਤੇ ਵੀ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਸਕੇ। ਨਹੀਂ, ਸਾਡੇ ਸਮਾਜ ਦੀ ਨਾ ਇੱਕ ਉਦਾਹਰਨ ਆ ਕਿ ਚਲੋ ਬੱਚੇ ਨੂੰ ਆਪਾਂ ਛੱਡ ਦੋ। ਇੱਥੇ ਵੀ ਬੱਚੇ ਨੂੰ ਭਗਤ ਕਬੀਰ ਸਾਹਿਬ ਨੇ ਛੱਡਿਆ। ਬੱਚਾ ਤਾਂ ਹੀ ਕਹਿੰਦੇ ਆ ਉਹ ਬਚਿਆ ਹੋਇਆ, ਉਹ ਤਾਂ ਪਹਿਲੀ ਬਚਿਆ ਹੋਇਆਗਾ। ਜਦੋਂ ਮਤਲਬ ਜਵਾਨੀ ਵਿੱਚ ਚਲੇ ਗਏ, ਜਵਾਨੀ ਤੋਂ ਬਾਅਦ ਬੁਢੇਪਾ, ਤੇ ਚਲੋ ਜਵਾਨੀ ਦਾ ਜਿਹੜਾ ਪੱਖ ਆ ਉਹ ਐਸਾ ਵੀ ਜਿੱਥੇ ਬਚਣਾ ਔਖਾ। ਉਹ ਆਪਾਂ ਸਾਰੇ ਸਹਿਮਤ ਇਸ ਗੱਲ ਨਾਲ। ਮਾਲਕ ਦੀ ਜਿਨ੍ਹਾਂ ਤੇ ਬਖਸ਼ਿਸ਼ ਹੋ ਜੇ, ਉਹ ਨੌਜਵਾਨ ਵੀ ਇਨ੍ਹਾਂ ਮਾੜੇ ਕੰਮਾਂ ਤੋਂ ਬਚ ਜਾਂਦੇ ਨੇ। ਕਬੀਰ ਸਾਹਿਬ ਨੇ ਵੀ ਹਾਮੀ ਭਰੀ ਹੈ, ਬਚ ਜਾਂਦੇ ਨੇ, ਕੋਈ ਗੱਲ ਨਹੀਂ। ਇੱਕ ਆਪਣੀ ਗੱਲ ਹੁੰਦੀ ਹੈ ਸਮਾਜ ਦੇ ਵਿੱਚ ਆਮ ਵੀ, ਚਲੋ ਭਾਈ ਹੁਣ ਤਾਂ ਜਵਾਨੀ ਗੁਜ਼ਰ ਗਈ, ਸਿਆਣਾ ਹੋ ਗਿਆ, ਹੁਣ ਤਾਂ ਇਹ ਮਾੜੇ ਕੰਮ ਕੀ ਕਰਨੇ। ਪਰ ਅੱਜ ਸਾਡੇ ਸਮਾਜ ਦਾ ਇੱਕ ਬਹੁਤ ਵੱਡਾ ਦੁਖਾਂਤ ਆ ਵੀ ਇੱਥੇ ਬੁਢੇਪੇ ਦੇ ਵਿੱਚ ਵੀ ਲੋਕ ਅਜੇ ਜਿਹੜੀਆਂ ਵਾਸ਼ਨਾਵਾਂ ਦੀ ਗੱਲ ਭਗਤ ਕਬੀਰ ਸਾਹਿਬ ਨੇ ਕੀਤੀ ਨਾ, ਵਿਖੈ ਕੀ ਵਾਸਨਾ, ਇਹਨਾਂ ਵਾਸ਼ਨਾਵਾਂ ਦੇ ਵਿੱਚ ਫਸੇ ਪਏ ਨੇ। ਇੱਥੋਂ ਸਿੱਧ ਹੁੰਦਾਗਾ ਵੀ ਬੁਢੇਪੇ ਦੇ ਵਿੱਚ ਬੰਦੇ ਨੇ ਆਪਣੀ ਉਮਰ ਦੇ ਲਿਹਾਜ਼ ਨਾਲ ਬਣਨਾ ਸੀ ਸਿਆਣਾ, ਪਰ ਸਿਆਣਾ ਨਹੀਂ ਬਣਿਆ। ਬਿਰਲਿਆਂ ਨੂੰ ਛੱਡ ਦੋ, ਸਾਰਿਆਂ ਨੂੰ ਨਹੀਂ, ਬਿਰਲਿਆਂ ਨੂੰ ਛੱਡ ਦੋ। ਗੁਰੂ ਸਾਹਿਬ ਜੀ ਨੇ ਤਾਈਓ ਲਿਖਿਆ, ਜੇ ਉਹਨਾਂ ਨੂੰ ਪਤਾ ਸੀ ਜਾਂ ਭਗਤ ਕਬੀਰ ਸਾਹਿਬ ਨੇ ਆਪਣੀਆਂ ਅੱਖਾਂ ਦੇ ਨਾਲ ਨਾ ਇਹ ਸਾਰਾ ਦ੍ਰਿਸ਼ ਬਨਾਰਸ ਦੇਖਿਆ ਹੋਣਾ। ਉਹਨਾਂ ਨੇ ਪਹਿਲਾਂ ਧਰਤੀ ਤੇ ਉੱਥੇ ਜ਼ਿਆਦਾ ਟਾਈਮ ਰਹੇ ਆ ਨਾ, ਉੱਥੇ ਉਹਨਾਂ ਨੇ ਸਾਰਾ ਕੁਝ ਦੇਖਿਆ ਹੋਣਾ। ਵੀ ਕਮਾਲ ਆ ਯਾਰ, ਆਹ ਬੁੱਢੇ ਲੋਕ ਵੀ ਇਹੋ ਜਿਹਾ ਕੁਝ ਕਰਦੇ ਨੇਗੇ। ਫਿਰ ਉਹਨੇ ਲਿਖਤਾ, ਜਰਾ ਬੁਢੇਪਾ ਵੀ ਫਸਿਆ ਹੋਇਆ, ਜੋਬਨ, ਚਲੋ ਜਵਾਨੀ ਤਾਂ ਹੈ ਹੀ ਹੈ, ਜਰਾ ਜੋਬਨ। ਫਿਰ ਕੀ ਕਹਿੰਦੇ ਨੇ, ਜੀਵਨ ਗਿਆ, ਸਾਡਾ ਜੀਵਨ ਖਤਮ ਹੋ ਗਿਆ ਇੰਨਾ ਮਾੜੇ ਕੰਮ 'ਚ। ਤੇ ਕਿੱਥੇ ਜੀਵਨ ਆ ਜਿਹੜਾ ਬਾਬਾ ਅਜੀਤ ਸਿੰਘ ਦਾ, ਦੇਖ ਲਓ ਉਹਨੇ ਘਰ ਛੱਡਿਆ ਸੀ ਨਾ, ਛੱਡਣ ਨਹੀਂ ਨਾ। ਗੁਰੂ ਗੋਬਿੰਦ ਸਿੰਘ ਦਾ ਜੀਵਨ ਦੇਖ ਲਓ, 42 ਸਾਲ ਦੀ ਉਮਰ, ਜਵਾਨੋਂ ਹੀ ਆ। ਦੇਖ ਲਓ ਜੀਵਨ, ਮਿਲਾਓ ਕਿਹੜੇ ਬਾਬੇ ਨਾਲ ਮਿਲਾਉਣੇ ਆਪਾਂ। ਜ਼ੀਰੋ, ਇੱਕ ਰੋਮ ਵੀ ਮੇਰੇ ਮਾਲਕ ਦਾ ਦਾਗੀ ਹੋ ਗਏ ਨਹੀਂ ਹੈ। ਸੋ ਵਾਹਿਗੁਰੂ ਭਲਾ ਕਰੇ। ਫਿਰ ਪਾਤਸ਼ਾਹ ਕਹਿੰਦੇ ਨੇ, ਕਿਛ ਕੀਆ ਨਾ ਨੀਕਾ, ਕਿਛ
ਕੁਝ ਵੀ ਕੀਆ ਨਹੀਂ ਕੀਤਾ। ਕੀ ਨਹੀਂ ਕੀਤਾ? ਨੀਕਾ। ਨੀਕੇ ਤੋਂ ਭਾਵ ਕੀ ਹੈ? ਸੁੰਦਰ ਕੰਮ, ਵਧੀਆ ਕੰਮ, ਕੋਈ ਚੰਗਾ ਕੰਮ ਭਲਿਆ ਤੂੰ ਨਹੀਂ ਕੀਤਾ। ਤੇਰੀ ਜਵਾਨੀ ਵੀ ਗਈ, ਤੇਰਾ ਬੁਢੇਪਾ ਵੀ ਗਿਆ, ਤੇਰੀ ਸਾਰੀ ਉਮਰ ਗਈ। ਕਿਉਂ ਤੂੰ ਆਪਣੀ ਜ਼ਿੰਦਗੀ ਬਰਬਾਦ ਕੀਤੀ ਆ? ਇਹ ਜੀਅਰਾ ਨਰਮੋਲ ਕੋ ਕੌਡੀ ਲੰਗ। ਪਾਤਸ਼ਾਹ ਜੀ ਕਹਿੰਦੇ ਮੀਕਾ, ਕਹਿੰਦੇ ਇਹ ਤੇਰਾ ਜੀਵਨ ਸੀ ਨਾ ਜਿਹੜਾ ਬੜਾ ਅਮੋਲਕ ਸੀ, ਪਰ ਤੂੰ ਵੇਚ ਇਹ ਕੌਡੀਆਂ ਦੇ ਪਾ ਦਿੱਤਾ, ਉਹੀ ਨਗਾਤਾ, ਉਹੀ ਗੁਜ਼ਰ ਗਿਆ। ਤੇ 10ਵੇਂ ਪਾਤਸ਼ਾਹ ਨੇ 42 ਸਾਲ ਦੀ ਉਮਰ ਤੱਕ ਹੀ ਕਿੰਨਾ ਕੁਛ ਕਰਤਾ। ਸੱਚਮੁੱਚ ਜੇ ਹੀਰਾ ਸੀ ਸਰੀਰ, ਇਹ ਜੀਵਨ, ਤਾਂ ਉਹਨਾਂ ਨੇ ਹੀਰਿਆਂ ਦੇ ਭਾਅ ਇਹਦਾ ਮੁੱਲ ਪਾਇਆ ਆ, ਐਵੇਂ ਨਹੀਂ ਸੁੱਟਦਾ। ਤੇ ਬਹੁਤਾ 100-100 ਸਾਲ ਦੇ ਹੋਣ ਦੇ ਬਾਵਜੂਦ ਵੀ ਕੌਡੀਆਂ ਦੇ ਭਾਈ ਵਿਕ ਗਏ, ਭਾਵ ਕੁਛ ਵੀ ਪੱਲੇ ਨਹੀਂ ਪਿਆਗਾ। ਫਿਰ ਕਹਿੰਦੇ ਨੇ ਕਹਿ ਕਬੀਰ ਮੇਰੇ ਮਾਧਵਾ। ਲਾਸਟ ਵਿੱਚ ਕਬੀਰ ਸਾਹਿਬ ਜੀ ਬੇਨਤੀ ਕਰਦੇ ਨੇ, ਹੇ ਮੇਰੇ ਮਾਧਵ, ਹੇ ਮੇਰੇ ਪ੍ਰਭੂ ਪਰਮਾਤਮਾ ਜੀ, ਤੂੰ ਸਰਬ ਵਿਆਪੀ, ਤੂੰ ਸਾਰੇ ਥਾਵਾਂ ਤੇ ਰਚਿਆ ਮਿਚਿਆਗਾ, ਸਾਰੇ ਥਾਵਾਂ ਤੇ ਹਾਜ਼ਰ ਆ। ਉਹ ਇਹੋ ਜਿਹੀ ਥਾਂ ਨਹੀਂ ਹੈ ਜਿੱਥੇ ਤੂੰ ਨਾ ਹੋਵੇਂ। ਤੇ ਫਿਰ ਕੰਮ ਕਰਨਾ ਕੀ ਆ? ਮੇਰੀ ਇੱਕ ਲਾਸਟ ਦੇ ਵਿੱਚ ਕਬੀਰ ਸਾਹਿਬ ਕਹਿੰਦੇ ਬੇਨਤੀ ਆ, ਕਿਉਂਕਿ ਇੱਕ ਅਰਜ਼ ਹੀ ਬੰਦੇ ਦੀ ਜ਼ਿੰਦਗੀ ਬਦਲ ਸਕਦੀ ਹੈ। ਬੇਨਤੀ ਕਹਿ ਲੋ, ਅਰਦਾਸ ਕਹਿ ਲੋ, ਹੱਥ ਜੋੜਨੇ ਕਹਿ ਲੋ, ਇਹਦੇ ਵਿੱਚ ਤਾਕਤ ਆ ਗਈ। ਜੁੜੇ ਹੋਏ ਹੱਥ ਵੱਡੇ ਵੱਡੇ ਜੰਗ ਜਿੱਤ ਲੈਂਦੇ ਨੇ। ਵਾਹਿਗੁਰੂ ਭਲਾ ਕਰੇ। ਜਿੱਥੇ ਜੁੜਦੇ ਨਹੀਂ ਨਾ ਇਹ, ਉੱਥੇ ਫਿਰ ਤਕਰਾਰ ਵੱਧ ਜਾਂਦੇ ਨੇਗੇ। ਕਬੀਰ ਸਾਹਿਬ ਨੇ ਲਾਸਟ ਇਸ ਵਿਸ਼ੇ ਨਾਲ ਸੰਬੰਧਿਤ ਹੱਥ ਜੋੜ ਲਏ। ਮੇਰੀ ਬੇਨਤੀ ਆ ਦਾਤਿਆ, ਤੈਨੂੰ ਕਿਹੜੀ ਬੇਨਤੀ ਆ? ਤੁਮ ਸਾਰ, ਤੇਰੇ ਵਰਗਾ, ਜਾਣੀ ਕਿ ਤੇਰੇ ਵਰਗਾ, ਤੁਮ ਸਾਰ, ਤੇਰੇ ਵਰਗਾ। ਫਿਰ ਕੀ ਆ? ਨਾਹੀ ਦਇਆਲ, ਤੇਰੇ ਵਰਗਾ ਦਿਆਲੂ ਕੋਈ ਨਹੀਂ। ਮੈਂ ਪੂਰੀ ਦੁਨੀਆ ਦੇ ਵਿੱਚ ਘੁੰਮ ਕੇ ਸੁਰਤ ਨੂੰ ਘੁਮਾ ਕੇ ਦੇਖ ਲਿਆ। ਚਲੋ ਸਰੀਰ ਕਰਕੇ ਤਾਂ ਆਪਾਂ ਘੁੰਮ ਨਹੀਂ ਸਕਦੇ, ਸੁਰਤ ਕਰਕੇ ਆਪਾਂ ਘੁੰਮ ਸਕਦੇ। ਪਤਾ ਵੀ ਗੁਰੂ ਨਾਨਕ ਸਾਹਿਬ ਵਰਗਾ ਕੋਈ ਨਹੀਂ। ਸੁਣ ਲਿਆ, ਪੜ੍ਹ ਲਿਆ, ਬੁੱਝ ਲਿਆ, ਬਾਣੀ ਚੋਂ ਦੇਖ ਲਿਆ, ਇਤਿਹਾਸ ਚੋਂ ਦੇਖ ਲਿਆ, ਪਤਾ ਲੱਗਾ ਜੱਜਮੈਂਟ ਹੋ ਗਈ, ਨਹੀਂ ਕੋਈ ਨਹੀਂ ਹੈ। ਜੱਜਮੈਂਟ ਕਿਵੇਂ ਹੁੰਦੀ ਆ? ਮੰਨ ਲਓ ਇੱਕ ਬੰਦਾ ਨਾ ਆਪਾਂ ਨੂੰ ਕੋਈ ਗੱਲ ਕਹਿਣ ਲੱਗਿਆ ਤੇ ਆਪਾਂ ਕਹਿੰਦੇ ਆ ਮੈਂ ਤੇਰੀ ਗੱਲ ਸਮਝ ਗਿਆ, ਚੁੱਪ ਕਰ ਜਾ। ਇਹਦਾ ਮਤਲਬ ਉਹਦੇ ਦਿਮਾਗ ਚੋਂ, ਉਹਦੀ ਜ਼ੁਬਾਨ ਰਾਹੀਂ ਆਉਣ ਵਾਲੀ ਗੱਲ ਜੇ ਬੰਦਾ ਪਹਿਲਾਂ ਸਮਝ ਸਕਦਾ, ਫਿਰ ਬਾਬੇ ਦੀ ਬਾਣੀ ਦੇ ਵਿੱਚੋਂ ਬਾਬੇ ਨਾਨਕ ਨੂੰ ਕਿਉਂ ਨਹੀਂ ਸਮਝ ਸਕਦਾ? ਸੌਖਾ ਹੀ ਸਮਝੋ, ਕੋਈ ਬਾਹਲੀ ਵੱਡੀ ਗੱਲ ਨਹੀਂ ਹੈ। ਬਾਬਾ ਨਾਨਕ ਇੱਕ ਓੰਕਾਰ ਤੇ ਜਦੋਂ ਬੋਲਦਾ ਨਾ, ਅਸੀਂ ਕੀ ਕਹਤਾ? ਬਾਬਾ ਅਸੀਂ ਤੇਰੀ ਗੱਲ ਸਮਝ ਗਏ, ਤੂੰ ਕੀ ਕਹਿਣਾ ਚਾਹੁੰਦਾਗਾ। ਬਸ ਸਿੱਖ ਦੀ ਪਰਿਭਾਸ਼ਾ ਆ। ਪਰ ਸਾਡਾ ਜੀਵਨ, ਅਸੀਂ ਬਾਬਾ ਬੋਲ 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 ਹੰਭ ਗਿਆ, ਅਸੀਂ ਫੇਰ ਵੀ ਬਾਬੇ ਦੀ ਗੱਲ ਨੂੰ ਸਮਝ ਨਹੀਂ ਸਕੇ। ਹੁਣ ਭਗਤ ਕਬੀਰ ਸਾਹਿਬ ਜੀ ਲਾਸਟ ਵਿੱਚ ਕਹਿੰਦੇ ਨੇ, ਤੁਮ ਸਰ ਨਾਹੀ ਦਇਆਲ, ਤੇਰੇ ਵਰਗਾ ਦਿਆਲੂ ਕੋਈ ਨਹੀਂ। ਮੋਹੇ ਸਮਸਰ ਪਾਪੀ, ਮੇਰੇ ਵਰਗਾ ਪਾਪੀ ਕੋਈ ਨਹੀਂ। ਇਹੀ ਗੱਲ ਭਗਤ ਰਵਿਦਾਸ ਜੀ ਨੇ ਵੀ ਕਹੀ ਆ, ਹਮ ਸਰ ਦੀਨ, ਮੇਰੇ ਵਰਗਾ ਕੰਗਾਲ, ਤੁਮ ਸਰ ਦਇਆਲ, ਤੇਰੇ ਵਰਗਾ ਦਿਆਲੂ, ਤੇਰੇ ਵਰਗਾ ਦਿਆਲੂ ਕੋਈ ਨਹੀਂ ਤੇ ਮੇਰੇ ਵਰਗਾ ਪਾਪੀ ਕੋਈ ਨਹੀਂ। ਆਪਾਂ ਵੀ ਇਹੀ ਬੇਨਤੀ ਕਰੀਏ। ਤੇ ਪਾਤਸ਼ਾਹ ਜੀ ਕਹਿੰਦੇ ਫਿਰ ਤੂੰ ਆਪਣੀ ਜ਼ਿੰਦਗੀ 'ਚ ਪਾਸ ਹੋ ਸਕਦਾ, ਤੇਰੀ ਜ਼ਿੰਦਗੀ ਸੋਹਣੀ ਬਣ ਸਕਦੀ ਆ, ਤੂੰ ਸੋਹਣੇ ਕੰਮਾਂ ਨਾਲ ਭਾਈ ਜੁੜ ਸਕਦਾਗਾ। ਮਾਲਕ ਨਾਲ ਜੁੜ ਕੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਤੀਤ ਕਰ, ਇਹੀ ਹੀ ਪ੍ਰਾਪਤੀ ਹੈ। ਭੁੱਲਾਂ ਦੀ ਖਿਮਾ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ, ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।